किसान जथेबंदियां ने इलैक्शन लड़न की सूची, क्योंकि जब मैं गल कहता सी तां उदों राजेवाल साहब कहते सी भी ये गंद पाउंदा है। जथेबंदी की ड्यूटी बनती कि सारे नूं झंडे थल्ले लिया के अंदोलन किया तो इलैक्शन भी लड़े। पर जे किसी पार्टी नाल समझौता करनगे, मैनूं फिर यही लगदा फिर तुसीं भी उही कुछ कर रहे जो बाकी पार्टी कर। ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਕਾਂਗਰਸ ਪਾਰਟੀ ਦੇ ਆਪ ਦੇ ਲੀਡਰ ਹੀ ਉਹਨਾਂ ਨੂੰ ਨਿੰਦੀ ਜਾਂਦੇ ਆ। ਕੋਈ ਇਹਨਾਂ ਨੂੰ ਕਹੀ ਜਾਂਦਾ ਹੈ ਕਿ ਇਹ ਮਿਸਗਾਈਡਡ ਮਿਸਾਈਲ ਹੈ, ਕੋਈ ਇਹ ਕਹਿੰਦਾ ਜੀ ਕਿ ਮੇਰੇ ਨਾਲ ਨਹੀਂ ਚੱਲਦੇ, ਕੋਈ ਕਹਿੰਦੇ ਕਿ ਸੀਐਮ ਦੇ ਨਾਲ ਨਹੀਂ ਤਾਲਮੇਲ ਰੱਖ ਕੇ ਚੱਲਦੇ। ਵਾਅਦੇ ਇਹੋ ਜਿਹੇ ਕਰਦੇ ਨੇ ਕਿ ਜਿਹੜੇ ਪੂਰੇ ਨਹੀਂ ਹੋ ਸਕਦੇ, ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਵਾਅਦੇ ਨੇ। ਇੱਕ ਬੰਦਾ ਬੋਲ ਰਿਹਾ ਸ਼ੇਰ ਦਿਹਾੜ ਰਿਹਾ, ਸੱਚ ਬੋਲ ਰਿਹਾ, ਔਰ ਜਿੰਨੇ ਵੀ ਬੰਦੇ ਨੇ ਇਹ ਸਾਰੇ ਉਹਦੇ ਖਿਲਾਫ ਇਸ ਕਰਕੇ ਹੋ ਰਹੇ ਨੇ ਕਿਉਂਕਿ ਇਹਨੂੰ ਆਪਦਾ ਪਟਾਲਾ ਮਾਰਦਾ ਹੈ। ਔਰ ਜੇ ਤੁਸੀਂ ਗੁਨਾਹ ਕੀਤੇ ਨੇ, ਪੰਜਾਬ ਨੂੰ ਲੁੱਟਿਆ ਖਾਧਾ ਹੈ, ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਰੱਬ ਨੇ ਭੇਜਿਆ ਤੁਹਾਨੂੰ ਸਜ਼ਾ ਦੇਣ ਵਾਸਤੇ। ਤੁਹਾਨੂੰ ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਜੋ ਕੁਝ ਕੀਤਾ, ਕੱਲ ਨੂੰ ਤੁਸੀਂ ਫੜੇ ਜਾਣਾ, ਤੁਹਾਡਾ ਖਾਣਾ ਪੀਣਾ ਬੰਦ ਹੋ ਜਾਣਾ, ਤੁਹਾਨੂੰ ਅਫਸਰਾਂ ਨੇ ਅੰਦਰ ਦੇ ਦੇਣਾ, ਤੁਹਾਡੇ ਤੇ ਚੜਨਗੇ ਕੇਸ, ਤੁਹਾਡੇ ਤੇ ਫਿਰੇਗਾ ਪਟਾ, ਤੁਹਾਡੇ ਪੈਣਗੇ ਛਿੱਤਰ। ਇਹਨਾਂ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਬੰਦੇ ਦੇ ਨਾਂ ਲਏ ਆ ਜਾਂ ਜਿਹੜੇ ਵਿਦਰੋਹ ਕਰ ਰਹੇ ਆ, ਨਵਜੋਤ ਸਿੰਘ ਸਿੱਧੂ ਦੇ ਤੁਸੀਂ ਜੁੱਤੀ ਦੀ ਨੋਕ ਨਹੀਂ, ਉਹਦੀ ਜੁੱਤੀ ਦੀ ਮਿੱਟੀ ਵੀ ਨਹੀਂ ਬਣ ਸਕਦੇ। ਜਿਹੜੇ ਡਿਪਟੀ ਸੀਐਮ ਨੇ ਆਪਣੇ ਪੰਜਾਬ ਦੇ ਸੁਖਜਿੰਦਰ ਰੰਧਾਵਾ ਹੋ ਗਏ, ਐਂਡ ਨਾਓ ਉਹਨਾਂ ਦੀ ਇੰਨੀ ਗੱਲ, ਉਹਨਾਂ ਨੇ ਅੱਜ ਇੰਨੀ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਮੇਰੀ ਸੋਚ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜਦੋਂ ਦਾ ਮੈਂ ਮਿਨਿਸਟਰ ਬਣਿਆ, ਜਦੋਂ ਮੈਂ ਹੋਮ ਮਿਨਿਸਟਰ ਬਣਿਆ, ਉਦੋਂ ਤੋਂ ਹੀ ਇਹਨਾਂ ਨੂੰ ਮੇਰੇ ਨਾਲ ਥੋੜੀ ਜੀ ਨਾਰਾਜ਼ਗੀ ਹੈ। ਕਾਂਗਰਸ ਦੇ ਵਿੱਚ ਇੱਕ ਪ੍ਰੋਬਲਮ ਰਹੀ ਹੈ ਔਰ ਅਜੇ ਵੀ ਐਗਜ਼ਿਸਟ ਕਰ ਕਿ ਤੁਸੀਂ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ। ਇੱਥੇ ਕੰਨਾਂ ਦੇ ਬਹੁਤ ਕੱਚੇ, ਕੰਨਾਂ 'ਚ ਫੂਕ ਮਾਰਨ ਵਾਲੇ ਬੰਦੇ ਬਹੁਤ। ਕਾਂਗਰਸ ਦਾ ਕਲਚਰ ਇਹ ਕਹਿੰਦਾ ਹੈ ਬਈ ਠੱਗੀਆਂ ਮਾਰ, ਹੇਰਾ ਫੇਰੀਆਂ ਮਾਰ, ਪੈਸੇ ਕਮਾ, ਲੋਕਾਂ ਨੂੰ ਤੰਗ ਕਰ, ਗਰੀਬਾਂ ਨੂੰ ਤੰਗ ਕਰ, ਮਾਫੀਆ ਕ੍ਰੀਏਟ ਕਰਕੇ ਪਰ ਵੀ ਨਾ ਵੇਚ, ਰੇਤਾ ਵੀ ਵੇਚ, ਐਕਸਾਈਜ਼ ਵੀ ਖਾ, ਲੁੱਟ ਲੈ। ਇਹ ਕਲਚਰ ਹੈ ਕਾਂਗਰਸ 'ਚ। ਜਿਹੜੇ ਡਰੱਗਸ ਵੇਚ ਰਹੇ ਨੇ ਉਹ ਆਪਣੇ ਬੱਚਿਆਂ ਵੱਲ ਦੇਖਣ, ਆਪਣੇ ਖਾਨਦਾਨ ਵੱਲ ਵੇਖਣ। ਜਿਹੜੇ ਬੰਦਿਆਂ ਨੇ ਇਹ ਮਾਫੀਆ ਦਾ ਪੈਸਾ ਖਾਧਾ, ਪੰਜਾਬ ਨੂੰ ਗਰਕ ਕੀਤਾ, ਆਉਣ ਵਾਲੀਆਂ ਉਹਨਾਂ ਦੇ ਖਾਨਦਾਨ ਦੀਆਂ ਨਸਲਾਂ ਦਾ ਕੀ ਹਾਲ ਹੋਗਾ ਉਹ ਦੇਖਣ। ਕੈਪਟਨ ਸਾਹਿਬ ਨੂੰ ਕਾਂਗਰਸ ਨੇ 10 ਸਾਲ ਚੀਫ ਮਿਨਿਸਟਰੀ ਦਿੱਤੀ ਹੈ ਨੀਅਰਲੀ, ਕਿਉਂਕਿ ਜਦੋਂ ਅਕਾਲੀ ਛੱਡ ਕੇ ਆਏ ਸੀਗੇ, ਕਾਂਗਰਸ ਜੁਆਇਨ ਕੀਤੀ ਸੀ ਤਾਂ ਆਉਂਦੇ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਤਾ ਸੀ ਤੇ ਆਉਂਦੇ ਉਹਨਾਂ ਨੂੰ ਸੀਐਮ ਬਣਾਤਾ ਸੀ। ਤੇ ਜੇ ਉਹ ਆਉਂਦੇ ਪ੍ਰੈਜ਼ੀਡੈਂਟ ਬਣ ਸਕਦੇ ਹੈ, ਸੀਐਮ ਬਣ ਸਕਦੇ, ਤਾਂ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਬਣ ਸਕਦੇ? ਇੱਥੇ ਚਮਚਾ ਜੀ, ਹਾਂਜੀ ਰਾਜਾ ਸਾਹਿਬ, ਜੀ ਰਾਜਾ ਸਾਹਿਬ, ਉਹ ਮਾਈ ਬਾਪ ਕੀ ਬਾਤ ਹੈ। ਰਾਜੇ ਨਹੀਂ ਖਤਮ ਹੋਏ, ਇੱਦਾਂ ਹੀ ਰਾਜਿਆਂ ਦਾ ਰਾਜ ਗਿਆ ਨਾ। ਸੋ ਆਈ ਥਿੰਕ ਹੀ ਲੈਂਡਡ ਸਮਵੇਅਰ ਡਾਊਨ ਦ ਲਾਈਨ ਵਿਦ ਰੋਂਗ ਪੀਪਲ। ਅਟਕਲਾਂ ਇਹ ਵੀ ਲੱਗ ਰਹੀਆਂ ਕਿ ਹੁਣ ਨਵਜੋਤ ਸਿੰਘ ਸਿੱਧੂ ਹੋਣੀ ਕਿਤੇ ਨਾ ਕਿਤੇ ਯੋਗਰਾਜ ਸਿੰਘ ਹੋਰਾਂ ਨੂੰ ਇਲੈਕਸ਼ਨਸ ਵੀ ਲੜਵਾ ਸਕਦੇ ਨੇ, ਜਾਂ ਯੋਗਰਾਜ ਸਿੰਘ ਜੀ ਸਾਨੂੰ ਕਦੀ ਨਜ਼ਰ ਆ ਸਕਦੇ ਨੇ ਕਿ ਕਿਸੇ ਹਲਕੇ ਤੋਂ ਇਲੈਕਸ਼ਨ ਲੜ ਰਹੇ ਹੋਣ। ਮੈਂ ਨਵਜੋਤ ਸਿੰਘ ਸਿੱਧੂ ਨਾਲ ਉਦੋਂ ਤੱਕ ਤੁਰਾਂਗਾ ਜਦ ਤੱਕ ਮੇਰੇ ਸਾਥ ਸਾਹ ਹੈ, ਤਾਂ ਕਿ ਲੋਕ, ਦੁਨੀਆ, ਮੇਰੇ ਘਰ ਦੇ ਇਹ ਨਾ ਕਹਿ ਸਕਣ ਕਿ ਸਾਡਾ ਪਿਓ ਗੱਦਾਰ ਸੀ, ਸਾਡਾ ਪਿਓ ਯੋਗਰਾਜ ਸਿੰਘ ਨਵਜੋਤ ਸਿੰਘ ਸਿੱਧੂ ਦਾ ਸਾਥ ਛੱਡ ਗਿਆ, ਜਾਂ ਕਿਸਾਨਾਂ ਦਾ ਸਾਥ ਛੱਡ ਗਿਆ, ਜਾਂ ਪੰਜਾਬ ਦੇ ਲੋਕਾਂ ਦਾ ਸਾਥ ਛੱਡ ਗਿਆ। ਕਿਸਾਨ ਵੀ ਹੁਣ ਆ ਗਏ ਨੇ, ਨਵਜੋਤ ਸਿੰਘ ਸਿੱਧੂ ਹੋਣੀ ਵੀ ਹੁਣ ਸਾਹਮਣੇ ਨੇ, ਆਮੋ ਸਾਹਮਣੇ ਆ ਦੋਨੋਂ। ਇੱਕ ਤੁਹਾਡੇ ਜਿਨ੍ਹਾਂ ਤੁਸੀਂ ਨਾਲ ਚੱਲੇ ਤੇ ਇੱਕ ਜਿਨ੍ਹਾਂ ਤੁਹਾਡਾ ਪੁੱਤਾਂ ਦਾ ਰਿਸ਼ਤਾ ਹੈ। ਹੁਣ ਦੱਸੋ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਦੋਨੋਂ ਆਮੋ ਸਾਹਮਣੇ ਔਰ ਦੋਨਾਂ ਦਾ ਹੀ ਸਾਥ ਤੁਸੀਂ ਹਮੇਸ਼ਾ ਦਿੱਤਾ ਹੈ। 2022 ਦੀਆਂ ਚੋਣਾਂ ਦੇ ਵਿੱਚ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਗਿਆ, ਬਿਗੁਲ ਵੱਜ ਚੁੱਕਿਆ ਹੋਇਆ। ਹਰ ਪਾਰਟੀ ਜ਼ੋਰਾਂ ਸ਼ੋਰਾਂ ਦੇ ਨਾਲ ਵੋਟਰਾਂ ਨੂੰ ਲੁਭਾਉਣ ਦੇ ਵਿੱਚ ਲੱਗੀ ਹੋਈ ਹੈ। ਜੇਕਰ ਗੱਲ ਕੀਤੀ ਜਾਵੇ ਚੋਣ ਜ਼ਾਬਤੇ ਦੀ, ਤਾਂ ਬਹੁਤ ਘੱਟ ਸਮਾਂ ਰਹਿ ਗਿਆ ਚੋਣ ਜ਼ਾਬਤਾ ਲੱਗਣ ਦੇ ਵਿੱਚ। 2022 ਦੀਆਂ ਚੋਣਾਂ ਦੇ ਵਿੱਚ ਸਾਨੂੰ ਬਹੁਤ ਸਾਰੇ ਨਵੇਂ ਰੂਪ ਦੇਖਣ ਨੂੰ ਮਿਲ ਰਹੇ ਨੇ ਪਾਰਟੀਆਂ ਦੇ। ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੀ, ਤਾਂ ਕਾਫੀ ਉਮੀਦਵਾਰ ਦੂਸਰੀ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਗਏ। ਤੇ ਜਿਹੜੇ ਗੱਲ ਕੀਤੀ ਜਾਵੇ ਕਿਸਾਨਾਂ ਦੀ, ਤਾਂ ਅੰਦੋਲਨ ਲੜਦੇ ਲੜਦੇ ਉਹ ਆਪ ਹੁਣ ਸਿਆਸਤ ਦੇ ਵਿੱਚ ਆ ਰਹੇ ਨੇ ਤੇ 117 ਸੀਟਾਂ ਉੱਤੇ ਆਪਣੀ ਦਾਅਵੇਦਾਰੀ ਵੀ ਪੇਸ਼ ਕਰ ਚੁੱਕੇ ਨੇ। ਇਸ ਬਾਰੇ 'ਚ ਖੁੱਲ੍ਹ ਕੇ ਸਾਡਾ ਗੱਲ ਕਰਨ ਲਈ ਮੌਜੂਦ ਨੇ ਅੱਜ ਯੋਗਰਾਜ ਸਿੰਘ। ਗੱਲਬਾਤ ਕਰ ਲੈਂਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦਾ ਡਿਸੀਜਨ ਲੱਗਦਾ, ਕਿਸ ਤਰੀਕੇ ਦਾ ਫੈਸਲਾ ਲੱਗਦਾ ਕਿਸਾਨਾਂ ਦਾ ਇਹਨਾਂ ਨੂੰ। ਤੇ ਨਾਲ ਹੀ ਨਾਲ ਅੱਜ ਕੱਲ੍ਹ ਜੋ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਵਿੱਚ ਸੀਮਾਵਾਂ ਨੇ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਇਹਦੇ ਵਿੱਚ ਰੈਲੀਆਂ ਕਰ ਰਹੇ ਨੇ, ਐਲਾਨ ਕਰ ਰਹੇ ਨੇ, ਉਹਨਾਂ 'ਤੇ
ਕੀ ਰਾਏ ਰੱਖਦੇ ਨੇ। ਸਵਾਗਤ ਹੈ ਤੁਹਾਡਾ ਯੋਗਰਾਜ ਜੀ ਸਕਾਈ ਨਿਊਜ਼ ਪੰਜਾਬ ਤੇ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਯੋਗਰਾਜ ਜੀ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਸਭ ਤੋਂ ਪਹਿਲਾ ਸਵਾਲ ਮੇਰਾ ਕਿਸਾਨਾਂ ਨਾਲ ਜੁੜਿਆ ਹੋਇਆ ਹੈ, ਕਿਉਂਕਿ ਕਿਸਾਨੀ ਜਦੋਂ ਅੰਦੋਲਨ ਚੱਲ ਰਿਹਾ ਸੀਗਾ, 3 ਖੇਤੀ ਕਾਨੂੰਨ ਜਦੋਂ ਪਾਸ ਹੋਏ ਸੀ, ਤੁਸੀਂ ਮੋਹਰੀ ਬਣ ਕੇ ਕਿਸਾਨਾਂ ਦੇ ਨਾਲ ਤੁਰੇ ਸੀ। ਉਹਨਾਂ ਸਮੇਂ ਦੇ ਵਿੱਚ ਤੁਸੀਂ ਇਹ ਵੀ ਕਿਹਾ ਸੀ ਕਿ ਕਿਸਾਨਾਂ ਨੂੰ ਖੁਦ ਸਿਆਸਤ ਦੇ ਵਿੱਚ ਉਤਰਨਾ ਚਾਹੀਦਾ, ਪਰ ਉਸ ਸਮੇਂ ਸ਼ਾਇਦ ਕਿਸਾਨਾਂ ਨੇ ਇਸ ਚੀਜ਼ ਨੂੰ ਨਕਾਰਤਾ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਅੰਦੋਲਨ ਸਿਆਸੀ ਨਹੀਂ ਹੋਏਗਾ। ਤੇ ਅੱਜ ਕਿਸਾਨੀ ਜਥੇਬੰਦੀਆਂ ਆਪ ਹੀ ਸਿਆਸਤ ਵੱਲ ਨੂੰ ਤੁਰ ਪਈਆਂ ਨੇ, 117 ਸੀਟਾਂ ਉੱਤੇ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਨੇ ਇਲੈਕਸ਼ਨ ਲੜਨ ਦੀ ਸੋਚੀ, ਕਿਉਂਕਿ ਜਦ ਮੈਂ ਗੱਲ ਕਹਿੰਦਾ ਸੀ ਤਾਂ ਉਦੋਂ ਰਾਜੇਵਾਲ ਸਾਹਿਬ ਕਹਿੰਦੇ ਸੀ ਵੀ ਇਹ ਗੰਦ ਪਾਉਂਦਾ ਹੈ, ਐਵੇਂ ਮਰੀ ਜਾਂਦਾ ਹੈ, ਫਲਾਨਾ ਹੈ। ਚਲੋ ਵੱਡੇ ਆ ਸਾਡੇ, ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਮੈਂ ਜਦ ਇਲੈਕਸ਼ਨ ਲੜਨ ਦੀ ਗੱਲ ਕਰਦਾ ਜਥੇਬੰਦੀਆਂ ਦੀ, ਤਾਂ ਮੈਂ ਕਿਸਾਨੀ ਦੀ ਅਤੇ ਪੰਜਾਬ ਦੇ ਹਰ ਵਰਗ ਦੀ, ਹਰ ਧਰਮ ਦੀ ਗੱਲ ਇਸ ਕਰਕੇ ਕਰਦਾ ਕਿ ਜੇ ਤੁਸੀਂ ਇਲੈਕਸ਼ਨ ਲੜਨੀ ਹੈ, ਮੈਂ ਪਹਿਲਾਂ ਵੀ ਕਿਹਾ ਸੀ ਤੁਸੀਂ 34 ਬੰਦੇ ਹੈਗੇ ਹੋ ਜੀ, 34 ਪਤਾ ਨਹੀਂ 32 ਜਥੇਬੰਦੀਆਂ ਨੇ, ਰਾਈਟ, ਜੋ ਵੀ ਹੈ, ਅਤੇ ਬਾਕੀ 117 ਜਿਹੜੇ ਬੰਦੇ ਨੇ ਉਹ ਤੁਸੀਂ ਬੁੱਧੀਜੀਵ ਪੰਜਾਬ ਦੇ, ਜਾਂ ਉਹ ਬੰਦੇ ਜਿਨ੍ਹਾਂ ਨੇ ਕਿਸਾਨ ਅੰਦੋਲਨ 'ਤੇ ਜਾ ਕੇ ਬੋਲੇ ਨੇ, ਗੱਲਾਂ ਕੀਤੀਆਂ ਨੇ, ਉੱਥੇ ਅੰਦੋਲਨ ਦੇ ਨਾਲ ਰਹੇ ਨੇ, ਕਿਉਂਕਿ ਇਹ ਅੰਦੋਲਨ 16, 17, 18 ਮਹੀਨੇ ਦਾ ਹੈ, ਕਿਉਂਕਿ ਪਹਿਲਾਂ ਪੰਜਾਬ 'ਚ 4-5 ਮਹੀਨੇ ਚੱਲਿਆ, ਫਿਰ ਉੱਥੇ ਸਾਲ ਚੱਲਿਆ ਜੀ। ਸੋ ਜੇ ਤਾਂ ਉਹ ਪ੍ਰੋਗਰਾਮ ਹੈ ਬਣਾਉਣ ਦਾ, ਤੇ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਪਾਵਰ ਤੁਹਾਡੇ ਆਪਣੇ ਹੱਥ 'ਚ ਹੋਏਗੀ। ਮੈਂ ਪਹਿਲਾਂ ਵੀ ਕਿਹਾ ਸੀ, ਤਾਂ ਤੁਸੀਂ ਆਪਣੇ ਮਸਲੇ ਆਪ ਨਜਿੱਠ ਸਕਦੇ ਹੋ ਜੀ। ਪਰ ਜੇ ਤੁਸੀਂ ਕਿਸੇ ਦੂਸਰੀ ਪਾਰਟੀ ਜਾਣਾ, ਜਿਵੇਂ ਪਤਾ ਲੱਗਿਆ ਜੀ ਆਮ ਆਦਮੀ ਪਾਰਟੀ ਜਾਣਾ ਚਾਹੁੰਦੇ ਨੇ, ਅਤੇ ਜੇ ਪਾਰਟੀਆਂ 'ਚ ਜਾਣਾ, ਉਹਨਾਂ ਦੀ ਗੋਦੀਆਂ 'ਚ ਹੀ ਬਹਿਣਾ, ਉਹਨਾਂ ਦੇ ਬੰਦਿਆਂ ਨੂੰ, ਔਰ ਇੱਥੇ ਤੱਕ ਵੀ ਮੈਂ ਸੁਣਿਆ ਕਿ ਆਮ ਆਦਮੀ ਪਾਰਟੀ ਵਾਲੇ ਇਹ ਕਹਿ ਰਹੇ ਨੇ ਕਿ ਜੀ ਅਸੀਂ ਜਿਹਨੂੰ ਟਿਕਟਾਂ ਦਿੱਤੀਆਂ ਉਹ ਵੀ ਕੱਟ ਦਿਆਂਗੇ ਜੇ ਤੁਸੀਂ ਸਾਡੇ ਨਾਲ ਰਲੋਗੇ ਆ ਕੇ, ਰੈਡ ਦਿਸ। ਔਰ ਤੁਸੀਂ ਜਾ ਕੇ ਫਿਰ ਉਹ ਬੰਦਿਆਂ ਨੂੰ ਪਿੱਛੇ ਛੱਡ ਦੇਣਾ ਹੈ, ਜਾਂ ਉਹ ਔਰਤਾਂ ਨੂੰ, ਕਿਉਂਕਿ ਤੁਸੀਂ ਔਰਤਾਂ ਦੀ ਬੜੀ ਗੱਲ ਕਰਦੇ ਸੀ, ਲੇਡੀਜ਼ ਦੀ, ਅਸੀਂ ਇਹਨਾਂ ਨੂੰ ਬਰਾਬਰ ਦਾ ਹੱਕ ਦਿਆਂਗੇ ਜੀ, ਸਭ ਕੁਛ ਕਰਾਂਗੇ, ਜਾਂ ਸਾਡੀਆਂ ਉਹ ਧੀਆਂ ਭੈਣਾਂ ਜਿਹੜੀਆਂ ਪੜ੍ਹੀਆਂ ਲਿਖੀਆਂ ਔਰ ਜਿਹੜੇ ਇੰਟੈਲੀਜੈਂਟ ਪੀਪਲ ਨੇ, ਜਿਹੜੇ ਬੁੱਧੀਜੀਵ ਨੇ ਜੀ, ਉਹਨਾਂ ਨੂੰ ਨਾਲ ਰਲਾ ਕੇ, ਜਿੱਦਾਂ ਬਹੁਤ ਸਾਰੇ ਐਕਟਰ, ਬਹੁਤ ਸਾਰੇ ਸਿੰਗਰਸ, ਇਹ ਸਭ ਨੂੰ ਇਕੱਠਾ ਕਰਕੇ ਇੱਕ ਝੰਡੇ ਥੱਲੇ ਲਿਆ ਕੇ, ਕਿਉਂਕਿ ਜਿੱਥੇ ਬੰਦੇ ਦੀ ਡਿਊਟੀ ਬਣਦੀ ਕਿ ਸਾਰਿਆਂ ਨੂੰ ਇੱਕ ਝੰਡੇ ਥੱਲੇ ਲਿਆ ਕੇ ਅੰਦੋਲਨ ਕੀਤਾ ਅਤੇ ਇਲੈਕਸ਼ਨ ਵੀ ਲੜਨ। ਪਰ ਜੇ ਕਿਸੇ ਪਾਰਟੀ ਨਾਲ ਸਮਝੌਤਾ ਕਰਨਗੇ, ਮੈਨੂੰ ਫਿਰ ਇਹੀ ਲੱਗਦਾ ਫਿਰ ਤੁਸੀਂ ਵੀ ਉਹੀ ਕੁਛ ਹੀ ਕਰ ਰਹੇ ਜੋ ਬਾਕੀ ਪਾਰਟੀਆਂ ਕਰ ਰਹੀਆਂ। ਕਿਉਂਕਿ ਤੁਹਾਡਾ, ਕਿਉਂਕਿ ਪਹਿਲਾਂ ਵੀ ਕਿਆਸ ਲਗਾਏ ਜਾ ਰਹੇ ਸੀਗੇ, ਤੁਹਾਡਾ ਵੀ ਹੁਣ ਇਹੀ ਕਹਿਣਾ ਕਿ ਤੁਸੀਂ ਵੀ ਕਿਤੇ ਪੜ੍ਹਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਕਿਤੇ ਕਿਸਾਨ ਰਲਦੇ ਨਜ਼ਰ ਆਉਣਗੇ। ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ, ਤਾਂ ਟੋਟਲ 32 ਜਥੇਬੰਦੀਆਂ ਨੇ, ਜਿਨ੍ਹਾਂ 'ਚੋਂ ਹਾਲੇ ਤੱਕ 22 ਜਥੇਬੰਦੀਆਂ ਹੀ ਇਕੱਠੀਆਂ ਹੋਈਆਂ ਨੇ, ਬਾਕੀ ਦੀਆਂ 10 ਜਥੇਬੰਦੀਆਂ ਕਿਤੇ ਨਾ ਕਿਤੇ ਵਿਰੋਧ ਕਰ ਰਹੀਆਂ ਨੇ। ਨਹੀਂ, ਤੁਹਾਡੇ ਕੋਲ ਚਡੂਨੀ ਸਾਹਿਬ ਨੇ, ਬੜੇ ਇੰਟੈਲੀਜੈਂਟ ਹਰਿਆਣੇ ਦੇ, ਉਹ ਤੁਹਾਡੇ ਕੋਲ ਆਪਣੇ ਟਕੈਤ ਸਾਹਿਬ ਨੇ, ਤੁਸੀਂ ਸਾਰੇ ਇਕੱਠੇ ਰਹੇ ਹੋ। ਇਨਫੈਕਟ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਲਾਹ ਕਰਨੀ ਚਾਹੀਦੀ ਹੈ, ਤੁਹਾਨੂੰ ਆਪਣਾ ਇੱਕ ਸੈਪਰੇਟ ਪਾਰਟੀ ਸਾਰੇ ਇਕੱਠੇ ਨੂੰ ਮਿਲ ਕੇ ਕਰਨੀ ਚਾਹੀਦੀ ਹੈ। ਹਰਿਆਣਾ, ਪੰਜਾਬ, ਯੂਪੀ, ਤੁਸੀਂ ਲੀਡਰਸ ਦੇਖੋ, ਪ੍ਰੋਬਲਮ ਸਾਡੀ ਹੈ ਕਿ ਅਸੀਂ ਇੱਕ ਦੂਜੇ ਨੂੰ ਕੱਟੀ ਜਾਂਦੇ ਹਾਂ, ਇਸੇ ਕਰਕੇ ਪੰਜਾਬ 'ਚ ਕੋਈ ਤਰੱਕੀ ਨਹੀਂ ਹੋਈ, ਇਸੇ ਕਰਕੇ ਪੰਜਾਬ ਛੋਟਾ ਜਿਹਾ ਰਹਿ ਗਿਆ, ਕਿਉਂਕਿ ਅਸੀਂ ਹਰੇਕ ਬੰਦਾ ਹਰੇਕ ਨਾਲ ਜੈਲਸੀ ਕਰਦਾ, ਇਹ ਤਰੱਕੀ ਨਾ ਕਰ ਜੇ, ਇਹ ਨਾ ਕਰ ਜੇ। ਜੇ ਆਪਾਂ ਇਕੱਠੇ ਇੱਕ ਦੂਜੇ ਨੂੰ ਪੁਸ਼ ਕਰੀਏ ਤਾਂ ਮੈਂ ਸਮਝਦਾ ਕਿ ਫਿਰ ਤੁਸੀਂ ਬਹੁਤ ਵੱਡੇ ਬਣ ਜਾਂਦੇ ਹੋ। ਜੇ ਕਿਸਾਨ ਜਥੇਬੰਦੀਆਂ 117 ਸੀਟਾਂ ਆਪਣੀਆਂ ਵਿਦ ਦੀ ਐਡਵਾਈਸ ਆਫ ਚਡੂਨੀ ਜੀ ਐਂਡ ਟਕੈਤ, ਜੇ ਇਹਨਾਂ ਨੂੰ ਇਕੱਠੇ ਲੈ ਕੇ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਕਿਹੜੇ ਕਿਹੜੇ ਬੰਦੇ ਨੂੰ ਇਲੈਕਸ਼ਨ ਲੜਾਉਣੀ ਚਾਹੀਦੀ ਹੈ, ਤਾਂ ਫਿਰ ਤਾਂ ਲੋੜ ਨਹੀਂ, ਫਿਰ 117 ਦੀ ਸੀਟਾਂ ਇਹਨਾਂ ਕੋਲ ਆ ਜਾਣਗੀਆਂ। ਤੇ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ, ਕਿਉਂਕਿ ਪਹਿਲਾਂ ਸਿਰਫ ਗਿਣੀਆਂ ਚੁਣੀਆਂ ਪਾਰਟੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਕਾਂਗਰਸ ਆਉਂਦੀ ਸੀ, ਭਾਜਪਾ ਆਉਂਦੀ ਸੀ, ਅਕਾਲੀ ਦਲ ਆਉਂਦੀ ਹੈ, ਤੇ ਹੁਣ ਆਮ ਆਦਮੀ ਪਾਰਟੀ ਵੀ ਆਉਂਦੀ ਹੈ, ਤੇ ਹੁਣ ਕਿਸਾਨਾਂ ਦੀ ਪਾਰਟੀ ਵੀ ਆ ਗਈ। ਹਾਲਾਂਕਿ ਕਿਸਾਨਾਂ ਦਾ ਇਹੀ ਗੱਲ ਕਹਿਣਾ ਕਿ ਹਾਲੇ ਤੱਕ ਇਹਨਾਂ ਨੇ ਇਸ ਮੋਰਚੇ ਨੂੰ ਸਿਆਸੀ ਨਹੀਂ ਬਣਾਇਆ, ਪਾਰਟੀ ਨੂੰ ਰਜਿਸਟਰ ਨਹੀਂ ਕਰਾਇਆ, ਇਹ ਸਿਰਫ ਇੱਕ ਮੋਰਚਾ ਹੀ ਹੈ ਔਰ ਇਹਨੂੰ ਮੋਰਚੇ ਦੇ ਤੌਰ 'ਤੇ ਹੀ ਲੈ ਰਹੇ ਨੇ, ਪਰ ਮੋਰਚੇ ਦੇ ਨਾਲ ਹੀ ਜਿਹੜਾ ਇਲੈਕਸ਼ਨ ਲੜੀ ਜਾਏਗੀ। ਬੜੀ ਚੰਗੀ ਗੱਲ ਹੈ। ਮੈਂ ਫਿਰ ਉਹੀ ਗੱਲ ਕਹੂੰਗਾ, ਤੁਸੀਂ ਮੋਰਚਾ ਹੋਵੇ ਜਾਂ ਪਾਰਟੀ ਹੋਵੇ, ਤੁਹਾਨੂੰ 117 ਬੰਦੇ ਉਹ ਲੈਣੇ ਚਾਹੀਦੇ ਹੈ ਜਿਹੜੇ
ਕਿਸਾਨਾਂ ਦੇ ਬੱਚੇ ਮੁੰਡੇ ਕਾਲਜਾਂ 'ਚ ਪੜ੍ਹ ਰਹੇ ਨੇ, ਯੂਨੀਵਰਸਿਟੀ 'ਚ ਪੜ੍ਹ ਰਹੇ ਨੇ, ਬੁੱਧੀਜੀਵ ਨੇ ਜਿਹੜੇ ਤੁਹਾਡੇ ਨਾਲ ਰਹੇ ਨੇ। ਐਟਲੀਸਟ ਤੁਸੀਂ 18 ਮਹੀਨੇ ਦੇ ਵਿੱਚ ਤੁਹਾਨੂੰ ਇਹ ਤਾਂ ਪਤਾ ਲੱਗਿਆ ਹੋਊਗਾ ਨਾ ਕੌਣ ਕੌਣ ਕੀ ਹੈ। ਉਦੂਕੋ ਸਾਹਿਬ ਹਿਸਟੋਰੀਅਨ ਸਾਡੇ ਉਹ ਨੇ, ਔਰ ਤੁਹਾਡੇ ਕੋਲ ਬੱਬੂ ਮਾਨ ਵਰਗੇ ਬੰਦੇ ਨੇ, ਤੁਹਾਡੇ ਕੋਲ ਹੋਰ ਸਾਰੇ ਬੰਦੇ ਨੇ। ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਆਪਣਾ ਤੁਸੀਂ ਬੇਸ਼ੱਕ ਮੋਰਚਾ ਬਣਾਓ ਜਾਂ ਤੁਸੀਂ ਇਲੈਕਸ਼ਨ ਤਾਂ ਇਲੈਕਸ਼ਨ ਹੀ ਹੈ ਔਰ ਲੜੋ। ਮੈਨੂੰ ਬੜੀ ਖੁਸ਼ੀ ਹੋਊਗੀ ਕਿ ਸਾਡੇ ਜਿਹੜੀ ਸਿਆਸਤ ਹੈ, ਜਿਹੜੀ ਡੈਮੋਕ੍ਰੇਸੀ ਹੈ, ਉਹ ਜਿਹੜੀ ਤਾਕਤ ਅਸੀਂ ਲੋਕਾਂ ਨੂੰ ਦੇਤੀ, ਅਸੀਂ ਪੰਜਾਬ ਦੇ ਲੋਕਾਂ ਨੂੰ ਦੇਤੀ। ਇਹੀ ਨਵਜੋਤ ਸਿੰਘ ਸਿੱਧੂ ਚਾਹੁੰਦਾ ਹੈ ਕਿ ਜਿਹੜੀ ਪਾਵਰ ਹੈ ਉਹ ਲੋਕਾਂ ਨੂੰ ਦਿੱਤੀ ਜਾਵੇ। ਡੈਮੋਕ੍ਰੇਸੀ ਕੀ ਕਹਿੰਦੀ ਹੈ? ਫॉर द ਪੀਪਲ, ਬਾਏ ਦ ਪੀਪਲ। ਮਤਲਬ ਇਹ ਸਾਰੇ ਜਿਹੜੇ ਫਰੇਜ਼ਸ ਆਪਾਂ ਯੂਜ਼ ਕਰਦੇ ਹਾਂ ਇੰਗਲਿਸ਼ ਦੇ, ਤਾਂ ਸਾਰੀ ਚੀਜ਼ ਜੇ ਦੁਨੀਆ ਦੀ ਹੈ, ਲੋਕਾਂ ਦੀ ਹੈ, ਤਾਂ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਇੱਕ ਝੰਡੇ ਥੱਲੇ ਆ ਕੇ ਇਲੈਕਸ਼ਨਸ ਹੋ ਗਏ, ਜੋ ਵੀ ਕਹਿਣਾ, ਜੋ ਵੀ ਨਾਮ ਦੇਣਾ ਚਾਹੁੰਦੇ, ਨੱਥਾ ਸਿੰਘ, ਸੁੱਖਾ ਸਿੰਘ, ਵਨ ਐਂਡ ਦੀ ਪ੍ਰੇਮ ਸਿੰਘ, ਸੇਮ ਥਿੰਗ ਹੈ ਨਾ, ਅੰਗਰੇਜ਼ੀ ਦੀ ਕਹਾਵਤ ਹੈਗੀ ਇੱਕ। ਸੋ ਆਈ ਥਿੰਕ ਜੇ ਇੱਦਾਂ ਇਹ ਸੋਚਦੇ ਨੇ ਠੀਕ ਹੈ, ਪਰ ਕੱਲ੍ਹ ਨੂੰ ਜੇ ਫਟੇ ਰਹਿਣਗੇ ਆਪਸ ਦੇ ਨਾਲ ਦੀ ਪ੍ਰੋਬਲਮ ਆਊਗੀ ਜਾਂ ਜੇ ਇੱਕ ਦੂਜੇ ਨਾਲ ਜੈਲਸੀ ਕਰਨਗੇ, ਫਿਰ ਇਹ ਉੱਥੇ ਹੀ ਲੈਂਡ ਅਪ ਹੋ ਜੂਗੀ ਗੱਲ। ਕਿਉਂਕਿ ਅਜੇ ਲੜਾਈ ਜਿੱਤੀ ਨਹੀਂ ਹੈ ਜੀ, ਅਜੇ ਆਪਾਂ ਨੂੰ ਰਿਟਨ ਡਾਕੂਮੈਂਟੇਸ਼ਨਸ ਚਾਹੀਦੀਆਂ ਸੈਂਟਰ ਤੋਂ। ਹਾਲੇ ਕਾਫੀ ਮੰਗਾਂ ਵੀ ਬਹੁਤ ਮੰਗਾਂ ਪਈਆਂ ਨੇ, ਬੜਾ ਕੁਛ ਕਰਨ ਵਾਲਾ ਪਿਆ ਹੈ। ਪ੍ਰਾਈਮ ਮਿਨਿਸਟਰ ਜੀ ਆ ਰਹੇ ਨੇ ਇੱਥੇ, ਦੀ ਆਨਰੇਬਲ ਪ੍ਰਾਈਮ ਮਿਨਿਸਟਰ ਇਜ਼ ਕਮਿੰਗ। ਉਹ ਕੀ ਕੀ ਪੰਜਾਬ ਨੂੰ ਦੇ ਕੇ ਜਾਣਗੇ, ਕੀ ਕੀ ਕਰਕੇ ਜਾਣਗੇ, ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਪਰ ਅਜੇ ਤੁਸੀਂ MSP ਦਾ ਬੜਾ ਵੱਡਾ ਰੌਲਾ, ਔਰ ਇਹ MSP ਤੇ ਰੌਲਾ ਅੱਗੇ ਪੈਣਾ ਹੀ ਪੈਣਾ, ਕਿਉਂਕਿ MSP ਨਾ ਗਵਰਨਮੈਂਟ ਦੇਣ ਨੂੰ ਤਿਆਰ ਹੈ ਤੇ ਨਾ ਹੀ ਪ੍ਰਾਈਵੇਟ ਸੈਕਟਰ ਦੇਣ ਨੂੰ ਤਿਆਰ ਨੇ। ਸੋ ਜਦ ਤੱਕ MSP ਜਾਂ ਬਾਕੀ ਮੁੱਦੇ ਤੁਹਾਡੇ ਰਿਟਨ ਡਾਕੂਮੈਂਟੇਸ਼ਨ ਦੇ ਨਾਲ ਤੁਹਾਡੇ ਕੋਲ ਨਹੀਂ ਆ ਜਾਂਦੇ, ਤਦ ਤੱਕ ਜਿਹੜੀ ਅੰਦੋਲਨ ਹੈ ਜਾਂ ਲੜਾਈ ਹੈ ਉਹ ਜਾਰੀ ਹੈ। ਗੱਲ ਕੀਤੀ ਤੁਸੀਂ ਨਵਜੋਤ ਸਿੰਘ ਸਿੱਧੂ ਹੋਣਾ ਦੀ ਗੱਲ ਕਰੀਏ ਕਿ ਉਹ ਪਹਿਲੀ ਗੱਲ ਤਾਂ ਇੱਕ ਇਹੀ ਆ ਰਹੀ ਹੈ, ਬਾਰ-ਬਾਰ ਸਾਹਮਣੇ ਆਉਂਦੀ ਹੈ, ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਕਾਂਗਰਸ ਪਾਰਟੀ ਦਾ ਆਪ ਦੇ ਲੀਡਰ ਹੀ ਉਹਨਾਂ ਨੂੰ ਨਿੰਦੀ ਜਾਂਦੇ ਆ। ਕੋਈ ਇਹਨਾਂ ਨੂੰ ਕਹੀ ਜਾਂਦਾ ਹੈ ਕਿ ਇਹ ਮਿਸਗਾਈਡਡ ਮਿਸਾਈਲ ਹੈ, ਕੋਈ ਇਹ ਕਹਿੰਦਾ ਜੀ ਕਿ ਮੇਰੇ ਨਾਲ ਨਹੀਂ ਚੱਲਦੇ, ਕੋਈ ਕਹਿੰਦੇ ਕਿ CM ਦੇ ਨਾਲ ਨਹੀਂ ਤਾਲਮੇਲ ਰੱਖ ਕੇ ਚੱਲਦੇ, ਵਾਅਦੇ ਇਹੋ ਜਿਹੇ ਕਰਦੇ ਨੇ ਕਿ ਜਿਹੜੇ ਪੂਰੇ ਨਹੀਂ ਹੋ ਸਕਦੇ, ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਵਾਅਦੇ ਨੇ। ਮੈਂ ਇੱਕ ਬੜਾ ਵੱਡਾ ਸਵਾਲ ਪੁੱਛਣ ਲੱਗਿਆ ਤੁਹਾਨੂੰ, ਚੈਨਲ ਵਾਲਿਆਂ ਨੂੰ ਵੀ ਜੀ ਤੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਜੀ, ਵਿੱਚ ਹੀ ਪੰਜਾਬ। ਕਾਂਗਰਸ ਪਾਰਟੀ ओल्डेस्ट पार्टी, ठीक है, बिल्कुल, ग्रेट पार्टी who created the partition, हिंदुस्तान च खत्म क्यों हो गई? महाराजा रणजीत सिंह का 40 साल का राज खत्म क्यों होया? या हिटलर क्यों मरिया? वर्ल्ड वॉर क्यों हुई? इस सारिया चीज़ों का सवाल मैं थोड़ा इस करके पूछ रहा, कोई ना कोई कमी तो होगी, 10 ਕਮੀਆਂ ਹੋਣਗੀਆਂ, 100 ਕਮੀਆਂ ਹੋਣਗੀਆਂ। ਕਾਂਗਰਸ ਦੇ ਵਿੱਚ ਇੱਕ ਪ੍ਰੋਬਲਮ ਰਹੀ ਹੈ ਬਹੁਤ, ਔਰ ਅਜੇ ਵੀ ਐਗਜ਼ਿਸਟ ਕਰਦੀ ਹੈ ਜੀ, ਕਿ ਤੁਸੀਂ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ। ਇੱਥੇ ਕੰਨਾਂ ਦੇ ਬਹੁਤ ਕੱਚੇ ਨੇ, ਕੰਨਾਂ 'ਚ ਫੂਕ ਮਾਰਨ ਵਾਲੇ ਬੰਦੇ ਬਹੁਤ ਨੇ। ਕੋਲ ਜਾ ਕੇ ਕੰਨਾਂ ਦੇ ਮੈਂ ਕਹਿੰਦੇ ਸੁਣਿਆ, ਉਹ ਜੀ ਫਲਾਨਾ ਤੁਹਾਡੇ ਬਾਰੇ ਐਂ ਕਹਿ ਰਿਹਾ ਸੀ, ਫਲਾਨਾ ਕਰ ਰਿਹਾ ਸੀ, ਉਹ ਐਂ ਕਰਦਾ ਜੀ, ਉਹ ਦੇ ਵਿਲ ਕੀਪ ਔਨ। ਔਰ ਜਿਹੜੇ ਉਹ ਰਾਜੇ ਨੇ ਉਹ ਬੈਠ ਕੇ ਛਾ ਇੱਦਾਂ, ਉਹ ਤੁਹਾਨੂੰ ਪਤਾ ਹੀ ਨਹੀਂ ਕੌਣ ਤੁਹਾਡਾ ਆਪਣਾ ਹੈ, ਕੌਣ ਤੁਹਾਡਾ ਪਰਾਇਆ ਹੈ। ਨਾਓ ਤੁਸੀਂ ਕੁਐਸਚਨ ਪੁੱਛਿਆ ਜੀ, ਇਹ ਸਾਰੇ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਲੱਗੇ ਹੋਇਆ। ਜਦ ਇੱਕ ਸੱਚਾ ਸੁੱਚਾ ਬੰਦਾ, ਰੱਬ ਦਾ ਦਿੱਤਾ ਹੋਇਆ ਥਾਪੜਾ, ਉਹ ਬੰਦਾ ਜਦ ਆਉਂਦਾ ਹੈ ਔਰ ਉਹ ਇੱਕ ਰੈਵੋਲੂਸ਼ਨ ਲੈ ਕੇ ਆਉਂਦਾ, ਤਾਂ ਨੈਚੁਰਲੀ ਉਹ ਤੋਂ ਸਾਰੇ ਉਹ ਬੰਦੇ ਡਰਨਗੇ ਜਿਨ੍ਹਾਂ ਨੇ ਮਾੜਾ ਕੰਮ ਕੀਤਾ। ਡਰਦਾ ਕੌਣ ਹੁੰਦਾ? ਤੁਸੀਂ ਜੇ ਜ਼ਿੰਦਗੀ 'ਚ ਕੋਈ ਹੇਰਾਫੇਰੀ ਨਹੀਂ ਕੀਤੀ, ਕੋਈ ਚੋਰੀ ਨਹੀਂ ਕੀਤੀ, ਕੋਈ ਠੱਗੀ ਨਹੀਂ ਕੀਤੀ, ਤੁਸੀਂ ਡਰੋਗੇ ਕਿਸੇ ਤੋਂ? ਨਹੀਂ ਡਰੋਗੇ। ਸੋ ਨੈਚੁਰਲੀ ਜਿਹੜੇ ਸਾਡੇ ਇਹ ਲੋਕ ਨੇ, ਸਾਡੇ ਜਿੰਨੇ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ ਦਾ ਜੋ ਹਾਲ ਪਿਛਲੇ 40 50 60 ਸਾਲਾਂ 'ਚ ਹੋਇਆ ਹੈ, ਉਹ ਜਿਹੜੇ ਬੰਦੇ ਨੇ ਉਹ ਨੈਚੁਰਲੀ ਨਵਜੋਤ ਸਿੰਘ ਸਿੱਧੂ ਜਦ ਇਹ ਗੱਲਾਂ ਕਰ ਰਹੇ, ਉਹਨੂੰ ਡਰ ਲੱਗਦਾ ਵੀ ਸਾਡੀ ਰੋਜ਼ੀ ਰੋਟੀ ਬੰਦ ਹੋਣ ਵਾਲੀ ਹੈ। ਤੁਸੀਂ ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ ਡਰੱਗਸ ਵੀ ਵੇਚੀਆਂ, ਚਿੱਟਾ ਵੇਚਿਆ, ਵਿਚ ਇਜ਼ ਹੌਰੀਬਲ ਕ੍ਰਾਈਮ। ਤੁਸੀਂ ਮਾਫੀਆ ਚਲਾਇਆ, ਸਭ ਕੁਝ ਕੀਤਾ। ਅੱਜ ਇੱਕ ਬੰਦਾ ਆਇਆ ਜਿਹਨੂੰ ਪ੍ਰਧਾਨ ਬਣਾ ਕੇ ਸੈਂਟਰ ਨੇ, ਹਾਈ ਕਮਾਂਡ ਨੇ ਭੇਜਿਆ। ਵੈਦਰ ਹੀ ਬਿਲੋਂਗਸ ਟੂ ਕਾਂਗਰਸ, ਵੈਦਰ ਹੀ ਬਿਲੋਂਗਸ ਟੂ ਐਨੀ ਪਾਰਟੀ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਕੋਈ ਪਾਰਟੀ ਮਾੜੀ ਨਹੀਂ ਹੁੰਦੀ, ਪਾਰਟੀ ਨੂੰ ਚਲਾਉਣ ਵਾਲੇ ਲੋਕ ਚੰਗੇ ਮਾੜੇ ਹੋ ਸਕਦੇ ਆ। ਸੋ ਉਹ ਆਇਆ ਅਤੇ ਉਦੋਂ ਤੁਸੀਂ ਇੰਨਾ ਡਰਦੇ ਕਿਉਂ? ਮੈਂ ਤਾਂ ਸਗੋਂ ਬੜਾ ਖੁਸ਼ ਹੁੰਦਾ ਕਿ ਇੱਕ ਬੰਦਾ ਬੋਲ ਰਿਹਾ, ਸ਼ੇਰ ਦਿਹਾੜ ਰਿਹਾ, ਸੱਚ ਬੋਲ ਰਿਹਾ। ਔਰ ਜਿੰਨੇ ਵੀ ਬੰਦੇ ਨੇ
ਇਹ ਸਾਰੇ ਉਹਦੇ ਖਿਲਾਫ ਇਸ ਕਰਕੇ ਹੋ ਰਹੇ ਨੇ ਕਿਉਂਕਿ ਇਹਨਾਂ ਨੂੰ ਆਪਦਾ ਪਾਲਾ ਮਾਰਦਾ ਹੈ। ਔਰ ਜੇ ਤੁਸੀਂ ਗੁਨਾਹ ਕੀਤੇ ਨੇ, ਪੰਜਾਬ ਨੂੰ ਲੁੱਟਿਆ ਖਾਧਾ ਹੈ, ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਰੱਬ ਨੇ ਭੇਜਿਆ ਤੁਹਾਨੂੰ ਸਜ਼ਾ ਦੇਣ ਵਾਸਤੇ ਮਿਲੇਗੀ। ਤੇ ਗੱਲ ਕੀਤੀ ਜਾਵੇ ਹੋਰ ਜਿਹੜੇ ਅੱਜ ਵੀ ਜਿਹੜੇ ਡਿਪਟੀ ਸੀਐਮ ਨੇ ਆਪਣੇ ਪੰਜਾਬ ਦੇ ਸੁਖਜਿੰਦਰ ਰੰਧਾਵਾ ਹੋ ਗਏ, ਹੋਮ ਮਿਨਿਸਟਰ, ਬਟ ਹੀ ਇਜ਼ ਕੰਸੀਡਰਡ ਕਿਉਂਕਿ ਓਪੀ ਸੋਨੀ ਦੇ ਇਹਨਾਂ ਨੂੰ ਦੋਨਾਂ ਨੂੰ ਇੱਕੋ ਪੋਸਟ ਮਿਲੀ ਸੀ ਡਿਪਟੀ ਸੀਐਮ ਤੋਂ, ਉਸ ਤੋਂ ਬਾਅਦ ਹੀ ਇਜ਼ ਇਨਟੂ ਹੋਮ ਮਿਨਿਸਟਰੀ। ਐਂਡ ਨਾਓ ਉਹਨਾਂ ਦੀ ਇੰਨੀ ਗੱਲ, ਉਹਨਾਂ ਨੇ ਅੱਜ ਇੰਨੀ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਮੇਰੀ ਸੋਚ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜਦੋਂ ਦਾ ਮੈਂ ਮਿਨਿਸਟਰ ਬਣਿਆ, ਜਦੋਂ ਮੈਂ ਹੋਮ ਮਿਨਿਸਟਰ ਬਣਿਆ, ਉਦੋਂ ਤੋਂ ਹੀ ਇਹਨਾਂ ਨੂੰ ਮੇਰੇ ਨਾਲ ਥੋੜ੍ਹੀ ਜਿਹੀ ਨਾਰਾਜ਼ਗੀ ਹੈ। ਨਵਜੋਤ ਸਿੰਘ ਸਿੱਧੂ ਨੂੰ ਤਾਂ ਕਿਤੇ ਵੀ ਨਹੀਂ ਕਿਹਾ, ਤੁਹਾਨੂੰ ਹੈ ਕਿਤੇ ਰਜਿਸਟਰਡ ਵੀ ਉਹਨਾਂ ਨੇ ਗੱਲ ਕਹੀ ਹੋਵੇ ਮੈਨੂੰ ਫਲਾਣੇ ਨਾਲ ਖਾਰ ਹੈ? ਉਸ ਆਦਮੀ ਦੀ ਕਿਸੇ ਨਾਲ ਵੀ ਖਾਰ ਨਹੀਂ। ਉਹ ਸਿਰਫ ਇੱਕ ਮਾਡਲ ਲੈ ਕੇ ਆਇਆ ਪੰਜਾਬ ਦਾ। ਉਹ ਸਿਸਟਮ ਨੂੰ ਚੇਂਜ ਕਰਨਾ ਚਾਹੁੰਦਾ ਹੈ, ਜਿਹੜਾ ਸਿਸਟਮ ਬੜਾ ਕਰਪਟ ਹੋ ਚੁੱਕਿਆ, ਗੰਦਾ ਹੋ ਚੁੱਕਿਆ, ਗਿਰ ਚੁੱਕਿਆ, ਜ਼ਲੀਲ ਹੋ ਚੁੱਕਿਆ ਔਰ ਬੇਸ਼ਰਮ ਹੋ ਚੁੱਕਿਆ। ਉਸ ਸਿਸਟਮ ਨੂੰ ਉਹ ਵਿੱਚ ਵੜ ਕੇ ਇਸ ਗੰਦ ਦੇ ਉਹਨੂੰ ਠੀਕ ਕਰਨਾ ਚਾਹੁੰਦਾ। ਕੀ ਮਾੜਾ ਕਰ ਰਿਹਾ ਜੀ? ਜੇ ਉਹ ਗੱਲਾਂ ਕਰ ਰਿਹਾ, ਥੋੜ੍ਹੀਆਂ ਗੱਲਾਂ ਦੱਸ ਰਿਹਾ ਵੀ ਤੁਸੀਂ ਕੀ ਕੁਛ ਕੀਤਾ, ਕੀ ਮਾੜਾ ਕਰ ਰਿਹਾ, ਔਰ ਫਿਰ ਐਸਾ ਆਦਮੀ ਜਿਹੜਾ ਆਪਣੀ ਪਾਰਟੀ ਦੇ ਬੰਦਿਆਂ ਨੂੰ ਕਹਿ ਰਿਹਾ ਹੈ ਕਿ ਜੇ ਤੁਸੀਂ ਕੁਛ ਬਦਲਾਵ ਨਹੀਂ ਕਰ ਸਕਦੇ ਤਾਂ ਇੱਦਾਂ ਤਾਂ ਪਹਿਲਾਂ ਵੀ ਚੱਲ ਰਿਹਾ ਸੀ। ਉਹ ਇਹ ਕਹਿ ਰਿਹਾ ਕਿ ਜੋ ਪਹਿਲਾਂ ਹੋ ਰਿਹਾ ਸੀ ਹੁਣ ਵੀ ਉਹੀ ਕੁਛ ਹੀ ਹੋ ਰਿਹਾ, ਉਸ ਤੋਂ ਵੀ ਮਾੜਾ ਹੋ ਰਿਹਾ। ਔਰ ਜੇ ਉਹ ਸੱਚ ਬੋਲ ਰਿਹਾ ਹੈ, ਤੁਸੀਂ ਇਹਨੇ ਡਰਦੇ ਕਿਉਂ? ਇਹਨਾਂ ਨੂੰ ਚਾਹੀਦਾ ਹੈ ਜੇ ਕਾਂਗਰਸ ਪਾਰਟੀ ਨੂੰ ਖੜਾ ਕਰਨਾ ਨਾ ਤਾਂ ਸਾਰੇ ਇਕੱਠੇ ਹੋ ਕੇ ਆਪਣੇ ਪ੍ਰਧਾਨ ਦੇ ਥੱਲੇ ਚੱਲਣ, ਆਪਣੇ ਪ੍ਰਧਾਨ ਦੇ ਨਾਲ ਤੁਰਨਗੇ ਔਰ ਉਹਨੂੰ ਕੱਲ੍ਹ ਨੂੰ ਲਿਆ ਕੇ ਸਾਰੇ ਬੰਦੇ ਇਕੱਠੇ ਹੋ ਕੇ ਸਾਫ ਸੁਥਰੇ ਬੰਦੇ ਜਿਹੜੇ ਆਏਗੇ ਉਹ ਆ ਕੇ ਜਦ ਪਾਰਟੀ ਨੂੰ ਖੜਾ ਕਰਨਗੇ ਤਾਂ ਪਾਰਟੀ ਦੇ ਵਿੱਚ ਨਵਾਂ ਸਪਾਰਕ ਆਏਗਾ, ਨਵਾਂ ਸੂਰਜ ਚੜ੍ਹੇਗਾ ਔਰ ਇਹ ਪਾਰਟੀ ਦੁਬਾਰਾ ਉੱਭਰ ਸਕਦੀ ਹੈ ਜੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਲੀਡਰ ਬਣਾ ਕੇ ਲੈ ਕੇ ਆਉਣ। ਗੱਲ ਕਰਦੇ ਹਾਂ ਵਿਰੋਧੀਆਂ ਦੀ, ਖਾਸ ਕਰਕੇ ਕਾਂਗਰਸ ਪਾਰਟੀ ਦੇ ਵਿਰੋਧੀ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵਿਰੋਧੀਆਂ ਦੀ ਗੱਲ ਕਰੀਏ ਆਪਾਂ, ਉਹਨਾਂ ਦੇ ਲਗਾਤਾਰ ਇਹੀ ਸਵਾਲ ਆਉਂਦੇ ਨੇ ਕਿ ਇਹਨਾਂ ਨੂੰ ਜਿਹੜਾ ਕਾਂਗਰਸ ਦਾ ਕਲਚਰ ਹੈ ਉਹ ਨਹੀਂ ਪਤਾ। ਇਹ ਹਾਲੇ ਕਾਂਗਰਸ ਦੇ ਵਿੱਚ ਹੰਡੇ ਹੋਏ ਨਹੀਂ ਹੈ, ਕਾਂਗਰਸ ਇਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਆਇਆ ਨੂੰ, ਅਤੇ ਇਹਨਾਂ ਨੂੰ ਐਡੀ ਵੱਡੀ ਉਪਾਧੀ ਇੱਕ ਦੇ ਦਿੱਤੀ ਗਈ ਹੈ। ਇਹਨਾਂ ਨੂੰ ਪਹਿਲੇ ਹੰਡਣ ਦਿੰਦੇ, ਹੰਡ ਜਾਂਦੇ ਤੇ ਫਿਰ ਉਸ ਤੋਂ ਬਾਅਦ ਇੱਕ ਵੱਡੀ ਉਪਾਧੀ ਦਿੰਦੇ। ਓ ਵਾਟ ਅ ਕੁਐਸਚਨ। ਕਾਂਗਰਸ ਦਾ ਕਲਚਰ ਇਹ ਕਹਿੰਦਾ ਹੈ ਬਈ ਠੱਗੀਆਂ ਮਾਰ, ਹੇਰਾ ਫੇਰੀਆਂ ਮਾਰ, ਪੈਸੇ ਕਮਾ, ਲੋਕਾਂ ਨੂੰ ਤੰਗ ਕਰ, ਗਰੀਬਾਂ ਨੂੰ ਤੰਗ ਕਰ, ਮਾਫੀਆ ਕ੍ਰੀਏਟ ਕਰ, ਕੇਬਲ ਵੀ ਦਾ ਵੇਚ, ਰੇਤਾ ਵੀ ਵੇਚ, ਐਕਸਾਈਜ਼ ਵੀ ਖਾ, ਲੁੱਟ ਲੈ। ਇਹ ਕਲਚਰ ਹੈ ਕਾਂਗਰਸ ਦਾ। ਇਹ ਕਲਚਰ ਸਿਖਾਉਣਾ ਚਾਹੁੰਦੇ ਹੈ। ਇਹ ਕਲਚਰ ਦੀ ਗੱਲ ਨਵਜੋਤ ਸਿੰਘ ਸਿੱਧੂ ਨਾਲ ਕਰ ਰਿਹਾ ਹੈ ਜਿਹੜਾ ਬੇਦਾਗ ਹੈ, ਜਿਹਦੇ ਉੱਤੇ ਅਜੇ ਤੱਕ ਕੋਈ ਦਾਗ ਨਹੀਂ ਲੱਗਿਆ। ਇਹ ਆਦਤ ਹੁੰਦੀ ਹੈ, ਜਿਹੜਾ ਬੰਦਾ ਚੋਰੀ ਠੱਗੀ ਕਰਦਾ ਨਾ ਉਸ ਬੰਦੇ ਨੂੰ ਪਾਲਾ ਖਾਂਦਾ, ਉਹ ਫਿਰ ਇਲਜ਼ਾਮ ਦੂਜੇ 'ਤੇ ਲਾਉਂਦਾ। ਸੋ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਜਿਹੜਾ ਕਾਂਗਰਸ ਦਾ ਕਲਚਰ ਸਮਝਾ ਤਾਂ ਦਿਓ ਕੀ ਹੈ ਪਲੀਜ਼। ਸਮਬਡੀ ਕੈਨ ਸੇ ਦਿਸ। ਜੇ ਇੰਨੇ ਗੱਲਾਂ ਇਹ ਕਰ ਰਹੇ ਨੇ, ਬੋਲ ਰਹੇ ਨੇ, ਮੇਰੇ ਕੋਲ ਵੀ ਸਾਰੇ ਦੀ ਕੁੰਡਲੀਆਂ ਪਈਆਂ। ਮੈਂ ਵੀ 65-67 ਸਾਲ ਦਾ ਬੰਦਾ, ਬਹੁਤ ਕੁਝ ਦੇਖਿਆ, ਬੜੀਆਂ ਬਰਾਤਾਂ ਚੜ੍ਹਾਈਆਂ। ਦੂਲਾ ਨਹੀਂ ਮੈਂ ਬਣਿਆ ਕਿਉਂਕਿ ਮੈਨੂੰ ਇਹ ਗੰਦ ਲੱਗਦਾ, ਪਰ ਗੰਦ ਨੂੰ ਸਾਫ਼ ਕਰਨਾ ਹੋਵੇ ਤਾਂ ਗੰਦ ਦੇ ਵਿੱਚ ਜਾਣਾ ਪੈਂਦਾ। ਬਟ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਜਿਸ ਕਲਚਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਲਚਰ ਕਿਹਦਾ ਹੈ? ਕਿਸ ਕਲਚਰ? ਤੁਸੀਂ ਮਾੜਾ ਜਿਹਾ ਨਵਜੋਤ ਸਿੰਘ ਸਿੱਧੂ ਨੂੰ ਸਮਝਾ ਦਿਓ ਵੀ ਕਾਂਗਰਸ ਦਾ ਇਹ ਕਲਚਰ, ਇਸ ਕਲਚਰ ਦੇ ਨਾਲ ਰਹੀਦਾ। ਹਾਈ ਕਮਾਂਡ ਨੇ ਉਹਨੂੰ ਪ੍ਰਧਾਨ ਬਣਾ ਕੇ ਭੇਜਿਆ, 4 ਮਹੀਨੇ ਦੇ ਵਿੱਚ ਟੋਪਲ ਅਪ ਹੋ ਗਿਆ ਸਾਰਾ ਕੁਝ। ਅਤੇ ਫਿਰ ਜੇ ਉਹਦੇ ਵਿੱਚ ਕੋਈ ਸਟਰੈਂਥ ਸੀਗੀ, ਸੱਚਾਈ ਸੀਗੀ, ਜੇ ਸੈਂਟਰ ਨੂੰ ਲੱਗਿਆ ਤਾਂ ਹੀ ਉਹਨਾਂ ਨੇ ਭੇਜਿਆ ਨਾ। ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਜੋ ਕੁਛ ਕੀਤਾ ਕੱਲ੍ਹ ਨੂੰ ਤੁਸੀਂ ਫੜੇ ਜਾਣਾ, ਤੁਹਾਡਾ ਖਾਣਾ ਪੀਣਾ ਬੰਦ ਹੋ ਜਾਣਾ, ਤੁਹਾਨੂੰ ਅਫਸਰਾਂ ਨੇ ਅੰਦਰ ਦੇ ਦੇਣਾ, ਤੁਹਾਡੇ 'ਤੇ ਚੱਲਣਗੇ ਕੇਸ, ਤੁਹਾਡੇ 'ਤੇ ਫਿਰੇਗਾ ਪਟਾ, ਤੁਹਾਡੇ ਪੈਣਗੇ ਛਿੱਤਰ। ਇਸ ਗੱਲ ਕਰਕੇ ਤੁਸੀਂ ਡਰਦੇ ਹੋ, ਇਸ ਕਰਕੇ ਤੁਸੀਂ ਇਹ ਸਾਰੀਆਂ ਗੱਲਾਂ ਕਰਦੇ ਹੋ। ਕਮ ਔਨ ਮੈਨ, ਬੀ ਅ ਮੈਨ, ਅਗਰੀ ਕਰੋ। ਹਾਂ, ਮੈਂ ਜੇ ਕੋਈ ਗੁਨਾਹ ਕੀਤਾ ਹੈ ਮੈਂ ਕਹੂੰਗਾ ਜੀ ਹਾਂ ਮੈਂ ਗੁਨਾਹ ਕੀਤਾ ਹੈ ਔਰ ਮੈਂ ਇਸ ਗੁਨਾਹ ਨੂੰ ਕਰਦੇ ਹੋਏ ਮੈਨੂੰ ਕੋਈ ਸ਼ਰਮ ਨਹੀਂ, ਜਾਂ ਮੈਂ ਕਹੂੰਗਾ ਮੈਂ ਗੁਨਾਹ ਕੀਤਾ, ਮੈਨੂੰ ਮਾਫ਼ ਕਰ ਦੇ ਰੱਬਾ, ਮੈਨੂੰ ਕੌਮ ਤੁਸੀਂ ਵੀ ਮਾਫ਼ ਕਰ। ਦੋ ਤਰ੍ਹਾਂ ਦੇ ਬੰਦੇ ਹੁੰਦੇ ਆ। ਸੋ ਜੇ ਤੁਸੀਂ ਗੁਨਾਹ ਨਹੀਂ ਕੀਤੇ, ਤੁਸੀਂ ਆਪ ਰਾਤ ਨੂੰ ਆਪਣੇ ਬੱਚਿਆਂ ਦੀਆਂ, ਆਪਣੀਆਂ ਫੈਮਿਲੀ ਦੀਆਂ ਕਸਮਾਂ ਖਾ ਕੇ, ਸਿਰ 'ਤੇ ਹੱਥ ਰੱਖ ਕੇ, ਉਸ ਗੁਰੂ ਜਿਹਨੂੰ ਤੁਸੀਂ ਮੰਨਦੇ ਹੋ ਉਹਦੇ ਚਰਨਾਂ 'ਚ ਕਸਮ ਖਾ ਕੇ ਆਪਣੀ ਆਤਮਾ ਨੂੰ ਪੁੱਛੋ, ਅਤੇ ਸ਼ੀਸ਼ੇ 'ਚ ਆਪਣੀ ਅੱਖ ਮਿਲਾ ਕੇ ਪੁੱਛੋ ਆਪਣੇ ਆਪ ਨੂੰ ਕਿ ਤੁਸੀਂ ਕਿੰਨੇ ਗੁਨਾਹਗਾਰ ਹੋ। ਆਸਕ ਯੋਰਸੈਲਫ।
ਮੈਂ ਤਾਂ ਬੜਾ ਬਿਗ ਕੁਐਸਚਨ ਛੱਡ ਕੇ ਜਾ ਰਿਹਾ ਕਿ ਜੇ ਤੁਸੀਂ ਵਾਕਈ ਇਨਸਾਨ ਹੋ ਜਾਂ ਹਿਊਮਨਸ ਹੋ, ਜਿਹੜੇ ਮੈਨੂੰ ਲੱਗਦੇ ਨਹੀਂ, ਜਾਨਵਰਾਂ ਤੋਂ ਵੱਧ ਕੇ ਤੁਸੀਂ ਹੋ ਗਏ ਹੋ, ਤੁਸੀਂ ਆਪਣੇ ਬੱਚਿਆਂ ਵੱਲ ਦੇਖੋ। ਜਿਹੜੇ ਡਰੱਗਸ ਵੇਚ ਰਹੇ ਨੇ ਉਹ ਆਪਣੇ ਬੱਚਿਆਂ ਵੱਲ ਦੇਖਣ, ਆਪਣੇ ਖਾਨਦਾਨ ਵੱਲ ਵੇਖਣ। ਜਿਹੜੇ ਬੰਦਿਆਂ ਨੇ ਇਹ ਮਾਫੀਆ ਦਾ ਪੈਸਾ ਖਾਧਾ ਹੈ, ਪੰਜਾਬ ਨੂੰ ਗਰਕ ਕੀਤਾ ਹੈ, ਆਉਣ ਵਾਲੀਆਂ ਉਹਨਾਂ ਦੇ ਖਾਨਦਾਨ ਦੀਆਂ ਨਸਲਾਂ ਦਾ ਕੀ ਹਾਲ ਹੋਗਾ ਉਹ ਦੇਖਣ। ਸੋ ਬੜਾ ਜ਼ਰੂਰੀ ਹੈ ਹਰ ਬੰਦੇ ਨੂੰ, ਮੈਂ ਆਪਣੇ ਪਰਿਵਾਰ ਨੂੰ ਕੀ ਦੇ ਰਿਹਾ। ਮੈਂ ਮਿਹਨਤ ਕਰਦਾ, ਫਿਲਮ ਕਰਦਾ, ਫਿਲਮ 'ਚ ਮੈਨੂੰ ਪੈਸੇ ਮਿਲਦੇ ਆ, 18 ਘੰਟੇ ਕੰਮ ਕਰਦਾ, ਪੈਸੇ ਲੈ ਕੇ ਆਪਣੀ ਵਾਈਫ ਨੂੰ ਫੜਾਉਣਾ। ਮੈਂ ਵੀ ਪੈਸੇ ਕਮਾ ਸਕਦਾ, ਮੈਨੂੰ ਵੀ ਆਉਂਦੇ, ਪਰ ਨਹੀਂ, ਮੈਂ ਆਪਣੇ ਪਰਿਵਾਰ ਨੂੰ ਜ਼ਹਿਰ ਨਹੀਂ ਦੇਣੀ। ਇਸ ਕਰਕੇ ਯੋਗਰਾਜ ਸਿੰਘ ਦੇ ਬੱਚੇ, ਯੋਗਰਾਜ ਸਿੰਘ ਦਾ ਨਾਮ, ਯੋਗਰਾਜ ਸਿੰਘ ਦਾ ਖਾਨਦਾਨ ਸਾਰੀ ਦੁਨੀਆ ਨੂੰ ਪਿਆਰ ਕਰਦੀ ਹੈ। ਤੁਸੀਂ ਕੈਸੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਕਿ ਤੁਸੀਂ ਚੱਲੋ ਤਾਂ ਲੋਕ ਤੁਹਾਨੂੰ ਕਹਿਣ ਉਹ ਚੋਰ ਜਾਂਦਾ, ਉਹ ਠੱਗ ਜਾਂਦਾ, ਉਹ ਡਾਕੂ ਜਾਂਦਾ, ਉਹ ਲੁਟੇਰਾ ਜਾਂਦਾ, ਜਾਂ ਤੁਸੀਂ ਐਸੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਤੁਸੀਂ ਜਾਓ ਤੇ ਲੋਕ ਕਹਿਣ ਵਾਹ ਕੀ ਬਾਤ ਹੈ, क्या इंसान है, मैं भी ऐसा बनना चाहता हूँ, मैं भी ऐसा बनना चाहता हूँ। सो डिपेंड करता है इन्होंने सारिਆਂ ਨੂੰ जिन्ने भी ਤੁਸੀਂ ਬੰਦੇ ਦੇ ਨਾਂ ਲਏ ਆ ਜਾਂ ਜਿਹੜੇ ਵਿਦਰੋਹ ਕਰ ਰਹੇ ਆ। ਨਵਜੋਤ ਸਿੰਘ ਸਿੱਧੂ ਦੇ ਤੁਸੀਂ ਜੁੱਤੀ ਦੀ ਨੋਕ ਨਹੀਂ, ਉਹਦੀ ਜੁੱਤੀ ਦੀ ਮਿੱਟੀ ਵੀ ਨਹੀਂ ਬਣ ਸਕਦੇ। ਉਹ ਐਸਾ ਸੱਚਾ ਸੁੱਚਾ ਬੰਦਾ, ਔਰ ਇਹ ਮੈਂ ਤੁਹਾਨੂੰ ਕਹਿ ਦਿਆਂ ਸਾਰਿਆਂ ਨੂੰ ਬੁਲੰਦ ਆਵਾਜ਼ 'ਚ, ਉਹਦੇ ਤੇ ਗੁਰੂ ਦਾ ਥਾਪੜਾ ਹੈ। ਉਹ 12 13 ਘੰਟੇ ਬੈਠ ਕੇ ਤਪ ਕਰਨ ਵਾਲਾ ਬੰਦਾ ਹੈ। ਉਹਨੂੰ ਦੇਵੀ ਦੇਵਤਿਆਂ ਨੇ, ਗੁਰੂ ਘਰ ਨੇ, ਸ਼ਹੀਦਾਂ ਨੇ ਭੇਜਿਆ, ਔਰ ਥੋੜੇ ਵਰਗੇ ਲੋਕਾਂ ਨੂੰ ਸੂਤ ਕਰਨ ਵਾਸਤੇ ਹੀ ਭੇਜਿਆ, ਸਿਸਟਮ ਨੂੰ ਚੇਂਜ ਕਰਨ ਵਾਸਤੇ ਹੀ ਭੇਜਿਆ। ਗੱਲ ਕੀਤੀ ਜਾਵੇ, ਕਿਉਂਕਿ ਵਿਰੋਧੀਆਂ ਦੇ ਸਵਾਲ ਇਸ ਚੀਜ਼ ਤੇ ਬਹੁਤ ਨੇ। ਵਿਰੋਧੀ ਇਹ ਵੀ ਕਹਿੰਦੇ ਨੇ ਕਿ ਮਿਨਿਸਟਰੀ ਸੀ ਉਹਨਾਂ ਕੋਲੋਂ, ਮਿਨਿਸਟਰੀ ਦਿੱਤੀ ਗਈ, ਉਦੋਂ ਨਵਜੋਤ ਸਿੰਘ ਸਿੱਧੂ ਹਣੀ ਨਹੀਂ ਬੋਲੇ, ਉਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕੋਈ ਸਟੈਪ ਨਹੀਂ ਲਿੱਤੇ, ਉਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਮਾਫੀਆ ਤੇ ਨਹੀਂ ਕੰਮ ਕੀਤਾ, ਕਿਉਂ? ਇੱਕ ਬਹੁਤ ਵੱਡਾ ਸਵਾਲ ਇਹ ਵਿਰੋਧੀ ਚੱਕਦੇ ਨੇ। ਇਹ ਸਕਾਈ ਨਿਊਜ਼ ਪੰਜਾਬੀ ਦੇ ਵਿੱਚ ਜੇ ਤੁਸੀਂ ਮੈਨੂੰ ਨੌਕਰੀ ਦੇ ਦਿਓ ਜੀ ਕਿ ਯੋਗਰਾਜ ਸਿੰਘ ਆਈ ਗਿਵ ਯੂ ਦੀ ਇੰਪਲੋਇਮੈਂਟ, ਯੂ ਆਰ ਦੀ ਸਪੋਕਸਮੈਨ, ਤੇ ਤੁਸੀਂ ਮੈਨੂੰ ਕਹੋ ਵੀ ਮੈਂ ਇੰਟਰਵਿਊ ਕਰਨ ਲੱਗਾ, ਤੂੰ ਉੱਥੇ ਬਹਿ ਜਾ, ਤੇਰਾ ਕੋਈ ਕੰਮ ਨਹੀਂ, ਤੇ ਮੈਂ ਤੁਹਾਨੂੰ ਕੀ ਕਹਿ ਸਕਦਾ, ਬਿਕੋਜ਼ ਯੂ ਆਰ ਦੀ ਬੌਸ। ਇੱਕ ਮਿਨਿਸਟਰ ਹੋ ਕੇ ਉਹਨੂੰ ਤੁਸੀਂ ਇੱਕ ਸ਼ੋਅ ਪੀਸ ਬਣਾਤਾ, ਆ ਨਹੀਂ ਕਰਨਾ, ਆ ਕਰਨਾ, ਆ ਨਹੀਂ ਕਰਨਾ, ਆ ਕਰਨਾ। ਵਾਈ ਕਾਂਟ ਯੂ ਲੀਵ ਯੋਰ ਪੀਪਲ ਅਲੋਨ? ਤੁਸੀਂ ਮੰਤਰੀ ਹੋ, ਸਿੱਧੂ ਮੰਤਰੀ ਹੈ, ਕੋਈ ਵੀ ਮੰਤਰੀ ਹੈ, ਅਫਸਰ ਨੇ, IPS ਅਫਸਰ ਨੇ, IAS ਅਫਸਰ ਨੇ, ਪੁਲਿਸ ਵਾਲੇ ਨੇ, ਮਿਲਟਰੀ ਵਾਲੇ ਨੇ, ਆਪਣਾ ਕੰਮ ਕਰੋ। ਜਦ ਤੁਸੀਂ ਕਿਸੇ ਨੂੰ ਚੀਜ਼ ਦੇ ਹੀ ਦਿੱਤੀ, ਉਹਨੂੰ ਕੰਮ ਕਰਨ ਦਿਓ। ਔਰ ਜੇ ਉਹ ਸੱਚਾ ਕੰਮ ਕਰਨਾ ਚਾਹੁੰਦਾ, ਤੁਹਾਡੇ ਸਿਸਟਮ 'ਚ ਫਿੱਟ ਨਹੀਂ ਹੋਣਾ ਚਾਹੁੰਦਾ, ਉਹ ਨੈਚੁਰਲੀ ਫਿਰ ਭੜਕੇਗਾ। ਨਵਜੋਤ ਸਿੰਘ ਸਿੱਧੂ ਉਹ ਆਦਮੀ ਹੈ ਜਿਹਨੇ ਜ਼ਿੰਦਗੀ 'ਚ ਸਾਰੀਆਂ ਕੁਰਸੀਆਂ, ਸੈਂਟਰ ਛੱਡਤੀ, MP ਛੱਡਤੀ, ਮਿਨਿਸਟਰੀ ਛੱਡਤੀ, 40 ਕਰੋੜ ਰੁਪਈਆ ਸਾਲ ਦਾ ਉਹ ਕਮਾਉਂਦਾ ਸੀ ਕਮੈਂਟਰੀ ਦਾ ਤੇ ਸ਼ੋਆਂ ਤੋਂ। ਉਹਨੇ ਕੀ ਲੈਣਾ ਸੀ? ਮੈਂ ਉਹਨੂੰ ਪੁੱਛਿਆ ਸੀ, ਮੈਂ ਕਿਹਾ ਤੂੰ ਗੰਦ 'ਚ ਕਰਨ ਕੀ ਆਇਆ? ਕਹਿੰਦਾ ਬਸ ਕਿਸਮਤ ਹੀ ਮੇਰੀ ਮਾੜੀ ਸੀ ਕਿ ਮੈਂ ਆ ਗਿਆ ਇੱਥੇ, ਪਰ ਹੁਣ ਮੈਂ ਕਰਾਂ ਤਾਂ ਕੀ ਕਰਾਂ। ਬਟ ਨਾਓ ਸਿੰਸ ਹੀ ਇਜ਼ ਦੇਅਰ, ਹੀ ਵਾਂਟ ਟੂ ਪ੍ਰੂਵ ਕਿ ਸੱਚਾਈ ਦੇ ਵਿੱਚ ਦਮ ਹੈ। ਔਰ ਮੈਂ ਦੇਖਣਾ ਚਾਹੁੰਦਾ ਸਰ, ਇਹ ਇਲੈਕਸ਼ਨ ਨਹੀਂ ਹੈ, ਇਹ ਹੁਣ ਮੈਂ ਮਾਰਕ ਮਾਈ ਵਰਡਸ, ਇਹ ਵਾਰ ਹੈ, ਇਹ ਲੜਾਈ ਹੈ, ਵਾਰ ਬਿਟਵੀਨ ਗੁੱਡ ਐਂਡ ਈਵਲ। ਇਹ ਲੜਾਈ ਹੈ ਖੁਦਾ ਦੀ ਤੇ ਸ਼ੈਤਾਨ ਦੀ। ਮੈਂ ਤੇ ਨਵਜੋਤ ਸਿੰਘ ਸਿੱਧੂ ਨੇ ਰੱਬ ਦਾ ਰਾਹ ਫੜਿਆ, ਕਿਉਂਕਿ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ, ਗੁਰੂ ਦਾ ਹੁਕਮ ਹੋਇਆ, ਗੁਰੂ ਘਰ ਦਾ ਹੁਕਮ ਹੋਇਆ, ਸ਼ਹੀਦਾਂ ਦਾ ਹੁਕਮ ਹੋਇਆ, ਦੇਵੀ ਦੇਵਤੇ ਦਾ ਹੁਕਮ ਹੋਇਆ। ਅਸੀਂ ਰੱਬ ਦੇ ਰਾਹ ਤੇ ਚੱਲਣਾ ਹੈ, ਸੱਚ ਦੇ ਰਾਹ ਤੇ ਚੱਲਣਾ ਹੈ। ਤੁਸੀਂ ਸ਼ੈਤਾਨ ਦੇ ਰਾਹ ਤੇ ਚੱਲੋ। ਮੈਂ ਦੇਖਣਾ ਚਾਹੁੰਦਾ ਜ਼ਿੰਦਗੀ ਦੇ ਵਿੱਚ ਕਿ ਇਸ ਕਲਯੁਗ ਦੇ ਵਿੱਚ ਆਫਟਰ ਆਲ ਕੱਲ੍ਹ ਨੂੰ ਜਾ ਕੇ ਜਿੱਤ ਕੀਤੀ ਹੋਏਗੀ। ਲੈਟਸ ਹੈਵ ਅ ਗੋ, ਮੈਂ ਤਾਂ ਕਿਹਾ। ਲੇਕਿਨ ਮੈਂ ਤੇ ਨਵਜੋਤ ਵੀ ਆਰ ਔਨ ਗੋਡਸ ਵੇ, ਔਰ ਅਸੀਂ ਦੇਖਾਂਗੇ ਕਿ ਉਹ ਖੁਦਾ ਜਿਹੜਾ ਸੱਚਾਈ ਦਾ ਮੁਜੱਸਮਾ ਹੈ, ਉਹ ਸਾਡੇ ਦੇਵੀ ਦੇਵਤੇ, ਸਾਡੇ ਗੁਰੂ ਘਰ ਜਿਨ੍ਹਾਂ ਨੇ ਸਾਨੂੰ ਹੁਕਮ ਕੀਤਾ ਹੈ ਜਾਓ ਕਿਸਾਨਾਂ ਦੇ ਨਾਲ ਰਹਿਣਾ ਹੈ, ਪੰਜਾਬ ਲਈ ਮਰਨਾ, ਦੇਸ਼ ਲਈ ਜੀਣਾ, ਮਿੱਟੀ ਲਈ ਜੀਣਾ। ਮੈਂ ਦੇਖਣਾ ਚਾਹੁੰਦਾ, ਐਂਡ ਆਈ ਵਾਂਟ ਟੂ ਹੈਵ ਦਿਸ ਗੋ ਇਨ ਵਿਦ ਦੀ ਪੀਪਲ ਜਿਹੜੇ ਕਹਿੰਦੇ ਨੇ, ਜਿਹੜਾ ਸ਼ੈਤਾਨ ਕਹਿ ਰਹੇ ਨੇ ਕਿ ਤੁਹਾਡੀ ਜਿੱਤ ਹੁੰਦੀ ਕਿ ਸਾਡੀ ਹੁੰਦੀ ਹੈ। ਦੁਨੀਆ ਦੇ ਵਿੱਚ ਬੜੇ ਬੜੇ ਮਹਾਰਾਜੇ ਗਰਕ ਹੋ ਗਏ, ਸਰ ਸਿਕੰਦਰ ਵਰਗੇ ਚਲੇ ਗਏ, ਹਿਟਲਰ ਵਰਗੇ ਚਲੇ ਗਏ। ਜਿਨ੍ਹਾਂ ਨੇ ਨੇਕ ਕਮਾਈ ਕੀਤੀ ਉਹਨਾਂ ਦਾ ਅੱਜ ਵੀ ਲੋਕੀ ਨਾਂ ਲੈਂਦੇ ਨੇ, ਅਤੇ ਜਿਨ੍ਹਾਂ ਨੇ ਲੋਕਾਂ ਨੂੰ ਤੰਗ ਕੀਤਾ, ਗਰੀਬਾਂ ਦਾ ਖੂਨ ਚੂਸਿਆ, ਉਸ ਖੁਦਾ ਦੇ ਖਿਲਾਫ ਚੱਲੇ, ਉਹਨਾਂ ਦਾ ਕੋਈ ਨਾਮ ਨਹੀਂ ਲੈਂਦਾ। ਉਹਨਾਂ ਦੀਆਂ ਲਾਸ਼ਾਂ ਵੀ ਸਾੜਨ ਵਾਲਾ ਕੋਈ ਨਹੀਂ ਸੀਗਾ। ਤੁਸੀਂ ਹਿਟਲਰ ਦਾ ਹਾਲ ਦੇਖਿਆ ਕੀ ਹੋਇਆ, ਕੀ ਕੁਛ ਨਿਆਜ਼ੀਜ਼ ਨੇ ਕੀਤਾ, ਝੂਠ ਤੇ ਝੂਠ, ਝੂਠ ਤੇ ਝੂਠ। ਮਤਲਬ ਮੈਂ ਆਈ ਵਾਸ ਸ਼ੌਕਡ ਟੂ ਸੀ ਦੈਟ ਸੀਰੀਜ਼ ਜਿਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਦੱਸਿਆ। ਸੋ ਤੁਸੀਂ ਅੱਜ ਨਵਜੋਤ ਸਿੰਘ ਸਿੱਧੂ ਦੇ ਨਾਲ ਲੜ ਨਹੀਂ ਸਕਦੇ। ਉਹ ਸਟੇਜ 'ਤੇ ਬੋਲਦਾ ਨਾ ਤਾਂ ਤੁਹਾਡੀਆਂ ਟੰਗਾਂ ਕੰਬਦੀਆਂ ਨੇ ਕਿ ਅੱਜ ਇਹ ਗੱਲ ਕਰ ਰਿਹਾ, ਔਰ ਕੱਲਾ ਲੁੱਕ ਐਟ ਇਟ,
ਤੁਸੀਂ ਸਾਰੇ ਪਾਰਟੀ ਦੇ ਬੰਦੇ ਉਹਦੇ ਖਿਲਾਫ, ਹਰ ਬੰਦਾ ਉਹਦੇ ਖਿਲਾਫ ਚੱਲ ਰਿਹਾ ਹੈ, ਲੇਕਿਨ ਰੱਬ ਦਾ ਥਾਪੜਾ ਦੇਖੋ ਕਿ ਜਦੋਂ ਬੋਲਦਾ ਹੈ ਤੇ ਭਰਮੰਡ ਵੀ ਸੁਣਦਾ ਹੈ ਤੇ ਉੱਤੋਂ ਆਵਾਜ਼ ਆਉਂਦੀ ਹੈ, ਸ਼ਾਬਾਸ਼ ਪੁੱਤਰ, ਇਸ ਰਾਹ ਤੇ ਚੱਲਦਾ ਰਿਹਾ। ਮੈਂ ਨਵਜੋਤ ਨੂੰ ਇੱਕੋ ਗੱਲ ਕਹੀ ਸੀ, ਮੈਂ ਪੁੱਤਰ ਸੱਚ ਦੇ ਰਾਹ ਤੇ ਤੁਰਨਾ, ਬੇਸ਼ੱਕ ਗਰਦਨ ਲੈ ਜੇ, ਲੇਕਿਨ ਖੁਦਾ ਆਪਣੇ ਨਾਲ ਹੈ, ਔਰ ਜਿਹਦੇ ਨਾਲ ਖੁਦਾ ਹੋਵੇ ਉਹਨੂੰ ਕੋਈ ਹਰਾ ਨਹੀਂ ਸਕਦਾ। ਗੱਲ ਕਰੀਏ ਕੈਪਟਨ ਸਾਹਿਬ ਦੇ, ਜਿਹੜੇ ਸਾਡੇ ਫਾਰਮਰ ਸੀਐਮ ਸੀ ਪੰਜਾਬ ਦੇ, ਹੁਣ ਉਹਨਾਂ ਨੇ ਆਪ ਦੀ ਪਾਰਟੀ ਬਣਾ ਲਈ, ਕਾਂਗਰਸ ਛੱਡਤੀ। ਖਾਸ ਕਰਕੇ ਉਦੋਂ ਦੇਖਣ ਨੂੰ ਮਿਲਿਆ ਜਦੋਂ ਨਵਜੋਤ ਸਿੰਘ ਸਿੱਧੂ ਹਣੀ ਪ੍ਰਧਾਨ ਬਣ ਕੇ ਕਾਂਗਰਸ ਦੇ ਆਏ। ਇੱਕਦਮ ਜਿਹੜਾ ਹੈ ਇੱਕ ਵੱਡਾ ਚੇਂਜ ਦੇਖਣ ਨੂੰ ਮਿਲਿਆ। ਪੰਜਾਬ ਦੇ ਮੁੱਖ ਮੰਤਰੀ ਬਦਲ ਗਏ, ਕੈਪਟਨ ਸਾਹਿਬ ਨੇ ਆਪ ਦੀ ਪਾਰਟੀ ਬਣਾ ਲਈ, ਭਾਜਪਾ ਨਾਲ ਰਲ ਗਏ। ਹੋਰ ਬਥੇਰੇ ਅਜਿਹੇ ਕਾਂਗਰਸੀ ਚਿਹਰੇ ਨੇ ਜਿਹੜੇ ਭਾਜਪਾ ਨਾਲ ਰਲ ਰਹੇ ਨੇ, ਵੱਡੇ ਵੱਡੇ ਚਿਹਰੇ। ਇਹ ਨਹੀਂ ਕਿ ਕੋਈ ਛੋਟਾ ਐਮਐਲਏ ਜਾਂ ਕੋਈ, ਬਹੁਤ ਵੱਡੇ ਚਿਹਰੇ ਵੀ ਹੁਣ ਕਾਂਗਰਸ ਦੇ ਨਾਲ, ਜਿਹੜਾ ਕਾਂਗਰਸ ਦਾ ਪਾਲਾ ਛੱਡ ਕੇ ਬੀਜੇਪੀ ਦਾ ਪਾਲਾ ਫੜੀ ਜਾਂਦੇ ਨੇ, ਜਦਕਿ ਕਿਸੇ ਸਮੇਂ ਇਹੀ ਜਿਹੜੇ ਨੇ ਇਹ ਵਿਰੋਧੀ ਸੀ ਉਹਨਾਂ ਦੇ। ਇਕੱਲੇ ਕਾਂਗਰਸ ਹੀ ਨਹੀਂ, ਮੇਰਾ ਖਿਆਲ ਦੂਜੀ ਪਾਰਟੀ ਵਾਲੇ ਵੀ ਜਾ ਰਹੇ। ਬਿਲਕੁਲ। ਕਿਉਂ ਜਾ ਰਹੇ ਸਰ? ਕਿਉਂਕਿ ਉਹਨਾਂ ਨੇ ਇਹਨਾਂ ਦੀ ਬਾਂਹ ਮਰੋੜੀ ਹੈ, ਫਾਈਲਾਂ ਪਈਆਂ ਉਹਨਾਂ ਕੋਲ, ਇਹਨਾਂ ਦੀ ਜੋ ਠੱਗੀ ਠੋਰੀ, ਜੋ ਪੈਸਾ ਕਮਾਇਆ ਉਹਨਾਂ ਦੇ ਕੋਲ ਪਿਆ ਟੇਬਲ 'ਤੇ, ਔਰ ਉਹਨਾਂ ਨੂੰ ਪਤਾ ਹੈ ਦੇ ਆਰ ਆਲ ਵੈਰੀ ਇੰਟੈਲੀਜੈਂਟ ਪੀਪਲ। ਉਹ ਇਕੱਠੇ ਨੇ, ਉਹਨਾਂ ਨੇ ਆਪਣਾ ਪੋਲੀਟੀਕਲ ਸਿਸਟਮ MC ਤੋਂ ਸ਼ੁਰੂ ਕੀਤਾ ਹੈ, ਇਸ ਦੇਸ਼ ਦੀ ਮਿੱਟੀ ਤੋਂ ਸ਼ੁਰੂ ਕੀਤਾ। ਜਿਹੜੀ ਕੁਆਲਿਟੀਜ਼ ਨੇ ਉਹਨਾਂ ਦੇ ਵਿੱਚ, ਮੈਂ ਉਹ ਗੱਲਾਂ ਕਰਦਾ, ਉਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਕੌਣ ਕੀ ਹੈ, ਉਹਨੇ ਸਾਰੀਆਂ ਫਾਈਲਾਂ ਬਣਾਈਆਂ, ਔਰ ਉਹਨਾਂ ਨੂੰ ਇੱਕੋ ਹੀ ਗੱਲ ਕੀ ਹੈ, ਜਾਂ ਤਾਂ ਸਾਨੂੰ ਜੁਆਇਨ ਇਨ ਕਰ ਲਓ, ਜੁਆਇਨ ਇਨ ਤਾਂ ਕਰ ਲਓ ਕਿ ਅਸੀਂ ਇਹਨਾਂ ਨੂੰ ਮੂਹਰੇ ਕਰਾਂਗੇ, ਔਰ ਜਾਂ ਤੁਸੀਂ ਫਿਰ ਜੇਲ੍ਹ 'ਚ ਜਾਓ। ਸੋ ਨੈਚੁਰਲੀ ਹਰ ਬੰਦਾ ਕਹੂਗਾ ਯਾਰ ਮੇਰੇ ਪਰਿਵਾਰ ਦਾ ਕੀ ਬਣੂ, ਮੇਰੇ ਬੱਚਿਆਂ ਦਾ ਕੀ ਬਣੂ, ਮੇਰੀ ਜਨਾਨੀ ਦਾ ਕੀ ਬਣੂ, ਆਪਾਂ ਹੱਥ ਹੀ ਜੋੜ ਲੈਂਦੇ ਹਾਂ। ਸੋ ਦਿਸ ਇਜ਼ ਦ ਰੀਜ਼ਨ ਕਿ ਸਾਰੇ ਲੋਕ ਉੱਥੇ ਜਾ ਰਹੇ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਜੀ, ਇਹ ਜਿਹੜੇ ਜਾ ਰਹੇ ਨੇ ਨਾ, ਮੈਂ ਉਹਨਾਂ ਨੂੰ ਗੱਦਾਰ ਕਹਿਣਾ, ਕਿਉਂਕਿ ਇਹਨਾਂ ਨੂੰ ਜੋ ਹੋ ਰਹੀ ਹੈ ਚੰਗੀ ਹੋ ਰਹੀ ਹੈ, ਕਿਉਂਕਿ ਦੈਟਸ ਦ ਓਨਲੀ ਵੇ ਟੂ escape their ਲਾਈਫ। ਇਹਨਾਂ ਦਾ ਰਹਿਣਾ ਹੀ ਕੱਖ ਨਹੀਂ, ਇਹਨਾਂ ਦੇ ਤੁਸੀਂ ਆਉਣ ਵਾਲੇ ਸਮੇਂ ਦੇਖਣਾ, ਪਤਾ ਨਹੀਂ ਲੱਗਣਾ ਕੌਣ ਕਿੱਥੇ ਚਲਾ ਗਿਆ। ਬੀਜੇਪੀ ਵਾਲੇ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਕਿ ਤੁਸੀਂ ਜਿੰਨੀਆਂ ਚੋਰੀਆਂ ਤੇ ਹੇਰਾਫੇਰੀਆਂ ਜ਼ਿੰਦਗੀ 'ਚ ਕੀਤੀਆਂ ਨੇ, ਉਹਨਾਂ ਦੇ ਚਿੱਠੇ ਸਾਡੇ ਕੋਲ ਪਏ ਨੇ। ਇਸੇ ਤਰ੍ਹਾਂ ਬਹੁਤ ਸਾਰੇ ਤੇ ਸਾਰੇ ਚਿੱਠੇ ਜਿਹੜੇ ਹੈਗੇ ਆ ਉਹ ਨਵਜੋਤ ਸਿੰਘ ਸਿੱਧੂ ਕੋਲ ਪਏ ਆ। ਇਸ ਕਰਕੇ ਸਾਰਾ ਕੁਝ ਹੋ ਰਿਹਾ, ਕਿਉਂਕਿ ਜਦ ਬੰਦਾ, ਜੇ ਗੱਲ ਮੁਗਲਾਂ ਦੇ ਟਾਈਮ ਹੁੰਦੀ ਔਰ ਗੁਰੂ ਗੋਬਿੰਦ ਸਿੰਘ ਜੀ ਜਾਂ ਸਾਡੇ ਗੁਰੂ ਨਾ ਇਹ ਕੰਮ ਕਰਦੇ, ਨਾ ਲੜਦੇ, ਤਾਂ ਸ਼ਾਇਦ ਇਹ ਦੇਸ਼ ਕਦੇ ਆਜ਼ਾਦ ਨਾ ਹੁੰਦਾ, ਜਿਵੇਂ ਮੁਗਲਾਂ ਦੇ ਅਧੀਨ ਹੁੰਦਾ। ਬਟ ਆਈ ਬਿਲੀਵ ਕਿ ਬੜਾ ਜ਼ਰੂਰੀ ਹੈ ਇੱਕ ਬੰਦੇ ਵਾਸਤੇ ਕਿ ਉਹ ਸੱਚਾਈ ਦੇ ਰਾਹ 'ਤੇ ਜਦ ਚੱਲਦਾ ਉਹ ਡਰਦਾ ਨਹੀਂ ਕਿਸੇ ਤੋਂ। ਉਹ ਕਹਿੰਦਾ ਕਰਦੇ ਜਿਹੜਾ ਅੰਦਰ ਕਰਨਾ, ਤੂੰ ਲਾ ਲੈ ਜਿਹੜੀ ED ਲਾਉਣੀ ਹੈ ਤੂੰ, ਜਾਂ ਹੋਰ ਕੁਛ ਕਰਨਾ। ਜਿਹੜਾ ਬੰਦਾ ਝੂਠਾ ਹੁੰਦਾ ਨਾ, ਜਿਸ ਬੰਦੇ ਨੇ ਪਾਪ ਕੀਤੇ ਹੁੰਦੇ ਆ, ਉਹ ਡਰਦਾ ਹੁੰਦਾ। ਤੁਸੀਂ ਗੱਲ ਕੀਤੀ ਕੈਪਟਨ ਸਾਹਿਬ ਦੀ ਜੀ, ਆਈ ਐਡਮਾਇਰ ਹਿਮ, ਮੈਂ ਉਹਨਾਂ ਦਾ ਬੜਾ ਐਡਮਾਇਰਰ ਰਿਹਾ। ਔਰ ਕੈਪਟਨ ਸਾਹਿਬ ਨੂੰ ਕਾਂਗਰਸ ਨੇ 10 ਸਾਲ ਚੀਫ ਮਿਨਿਸਟਰੀ ਦਿੱਤੀ ਹੈ ਨੀਅਰਲੀ, ਕਿਉਂਕਿ ਜਦੋਂ ਅਕਾਲੀ ਛੱਡ ਕੇ ਆਏ ਸੀਗੇ, ਕਾਂਗਰਸ ਜੁਆਇਨ ਕੀਤੀ ਸੀ, ਤਾਂ ਆਉਂਦੇ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਤਾ ਸੀ ਤੇ ਆਉਂਦੇ ਉਹਨਾਂ ਨੂੰ CM ਬਣਾਤਾ ਸੀ, ਇਫ ਯੂ ਹੈਵ ਦੀ ਹਿਸਟਰੀ ਦਾ ਪਤਾ ਹੋਵੇ ਤਾਂ। ਤੇ ਜੇ ਉਹ ਆਉਂਦੇ ਪ੍ਰੈਜ਼ੀਡੈਂਟ ਬਣ ਸਕਦੇ ਹੈ, CM ਬਣ ਸਕਦੇ ਹੈ, ਤਾਂ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਬਣ ਸਕਦਾ? ਯਾਰਡ ਸਟਿਕ ਸਭ ਵਾਸਤੇ ਇੱਕੋ ਜਿਹੀ ਹੋਣੀ ਚਾਹੀਦੀ ਹੈ। ਹੀ ਇਜ਼ ਵੈਰੀ ਇੰਟੈਲੀਜੈਂਟ ਸਿੱਧੂ। ਔਰ ਮੈਂ ਸਮਝਦਾ ਕਿ ਬੰਦੇ ਦੀ ਜਿਹੜੀ ਉੱਠਣੀ ਬੈਠਣੀ ਹੈ, ਤੁਹਾਡੀ ਕਿਸ ਜਗ੍ਹਾ ਤੁਸੀਂ ਬੈਠਦੇ ਹੋ, ਕਿਸ ਬੰਦਿਆਂ ਨਾਲ ਤੁਸੀਂ ਬਹਿੰਦੇ ਹੋ, ਜਿਹੜੇ ਤੁਹਾਡੇ ਕ੍ਰਿਟਿਕਸ ਨੇ ਨਾ, ਉਹ ਤੁਹਾਡੇ ਨਾਲ ਹੋਣੇ ਚਾਹੀਦੇ ਆ, ਜਿਹੜੇ ਤੁਹਾਨੂੰ ਕਹਿਣ ਸਾਰੇ ਗੱਲ ਗਲਤ ਹੈ, ਦਿਸ ਇਜ਼ ਨਾਟ ਅ ਰਾਈਟ ਥਿੰਗ ਯੂ ਆਰ ਡੂਇੰਗ। ਇੱਥੇ ਚਮਚਾਗਿਰੀ ਬੜੀ ਹੈ। ਹਾਂਜੀ ਰਾਜਾ ਸਾਹਿਬ, ਜੀ ਰਾਜਾ ਸਾਹਿਬ, ਉਹ ਮਾਈ ਬਾਪ ਕਿਆ ਬਾਤ ਹੈ। ਰਾਜੇ ਇੱਦਾਂ ਹੀ ਖਤਮ ਹੋਏ ਨਾ, ਇੱਦਾਂ ਹੀ ਰਾਜਿਆਂ ਦਾ ਰਾਜ ਗਿਆ ਨਾ। ਆਦਤ ਹੈ ਕਿ ਵਾਹ ਮੇਰੀ ਤਾਰੀਫ ਹੋ ਰਹੀ ਹੈ। ਸੋ ਆਈ ਥਿੰਕ ਹੀ ਲੈਂਡਡ ਸਮਵੇਅਰ ਡਾਊਨ ਦ ਲਾਈਨ ਵਿਦ ਰੋਂਗ ਪੀਪਲ। ਔਰ ਉਹਨਾਂ ਨੇ ਜੋ ਕੁਛ ਉਹਨਾਂ ਤੋਂ ਕਰਾਇਆ, ਔਰ ਉਹਨਾਂ ਨੂੰ ਕਰਨਾ ਪਿਆ। ਕਈ ਵਾਰੀ ਬੰਦਾ ਆਪਣੀ ਫੈਮਿਲੀ ਵਾਸਤੇ ਵੀ ਮਜਬੂਰ ਹੋ ਜਾਂਦਾ। ਸੋ ਆਈ ਥਿੰਕ ਉਹ ਸਾਰਾ ਕੁਛ ਸ਼ਾਇਦ ਉਹ ਹੈਂਡਲ ਨਹੀਂ ਕਰ ਸਕੇ। ਉਹਨਾਂ ਕੋਲ ਕੋਈ ਐਸਾ ਵਜ਼ੀਰ ਨਹੀਂ ਸੀ ਜਾਂ ਐਸਾ ਬੰਦਾ ਨਹੀਂ ਸੀ ਜਿਹੜਾ ਬੰਦਾ ਉਹਨਾਂ ਨੂੰ ਹੈਂਡਲ ਕਰ ਸਕਦਾ। ਮੈਂ ਸੁਣਿਆ ਕਿ ਇੱਕ ਗੁਰਜੀਤ ਸਿੰਘ ਸੰਘੇੜਾ, ਹੈਨਰੀ ਸਾਹਿਬ ਦਾ ਵੱਡਾ ਜਿਹੜਾ ਬੇਟਾ ਹੈ, ਉਹਨਾਂ ਦਾ ਬੇਟਾ ਸੀ, ਰਾਜਾ ਸਾਹਿਬ ਦੇ ਫਾਦਰ ਸੀ। ਰਾਜਾ ਸਾਹਿਬ ਨੂੰ ਆਪਣਾ ਫਾਦਰ ਕਹਿੰਦਾ ਸੀ, ਉਹਨੂੰ ਬੇਟਾ ਕਹਿੰਦੇ ਸੀ। ਇਹੋ ਜਿਹਾ ਬੰਦਾ, ਜਿਹੜਾ ਬੰਦਾ ਤੁਹਾਡੇ ਵਾਸਤੇ ਬਹੁਤ ਕੁਛ ਕਰ ਰਿਹਾ, ਤੁਹਾਨੂੰ ਕਦੇ ਕੁਛ ਕਹਿ ਰਿਹਾ ਕਿ ਸਰ ਇੱਥੇ ਆਹ ਗੱਲ ਗਲਤ ਹੈ, ਆਹ ਚੀਜ਼ ਠੀਕ ਨਹੀਂ ਹੈ, ਇਹਨੂੰ ਇੱਦਾਂ ਕਰੋ, ਇੱਦਾਂ ਕਰੋ, ਔਰ ਤੁਸੀਂ ਉਹਨੂੰ ਪਿਆਰ ਵੀ ਕਰਦੇ ਹੋ,
ਤੁਸੀਂ ਕਦੇ ਜ਼ਿੰਦਗੀ 'ਚ ਇਹੋ ਜਿਹੇ ਬੰਦੇ ਨੂੰ ਪੁੱਛਿਆ ਨਹੀਂ? ਐਸੇ ਸ਼ਾਇਦ ਹੋਰ ਵੀ ਹੋ ਸਕਦੇ ਆ, ਮੈਂ ਸੁਣਿਆ ਐਂਡ ਆਈ ਨੋ ਹਿਮ ਵੈਰੀ ਵੈਲ, ਹੀ ਇਜ਼ ਲਾਈਕ ਅ ਸਨ ਟੂ ਮੀ। ਮੈਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਜੇ ਤੁਹਾਡੇ ਘਰ ਦੇ ਤੁਹਾਨੂੰ ਕ੍ਰਿਟਿਸਾਈਜ਼ ਕਰਦੇ ਆ, ਮੇਰੀ ਵਾਈਫ ਮੈਨੂੰ ਕਹਿੰਦੀ ਇਹ ਕੰਮ ਨਹੀਂ ਕਰਨਾ, ਤਾਂ ਮੈਨੂੰ ਗੱਲ 'ਤੇ ਗੌਰ ਕਰਨਾ ਚਾਹੀਦਾ ਕਿ ਯਾਰ ਸ਼ਾਇਦ ਇਹ ਗੱਲ ਠੀਕ ਹੈ, ਮੈਨੂੰ ਇਸ ਕਰਕੇ ਟੋਕਿਆ ਜਾ ਰਿਹਾ। ਤੁਸੀਂ ਜ਼ਿੰਦਗੀ 'ਚ ਜੇ ਕਦੇ ਵੀ ਜਦ ਮਹਿਸੂਸ ਕਰੋਗੇ ਨਾ ਕਿ ਹਾਂ ਮੈਂ ਜੋ ਕਰ ਰਿਹਾ ਠੀਕ ਹੈ, ਮੈਂ ਜੋ ਕਹਿ ਰਿਹਾ ਠੀਕ ਹੈ, ਤੁਸੀਂ ਹਮੇਸ਼ਾ ਤੁਹਾਡਾ ਡਾਊਨਫਾਲ ਹੋਊਗਾ। ਉਹ ਰਾਜਾ ਸਾਹਿਬ ਨਾਲ ਹੋਇਆ ਐਂਡ ਆਈ ਫੀਲ ਵੈਰੀ ਬੈਡ ਬਿਕੋਜ਼ ਉਹ ਬੜੇ ਪੜ੍ਹੇ ਲਿਖੇ, ਬੜੇ ਅੱਛੇ, ਐਂਡ ਵੈਨ ਹੀ ਸਪੀਕਸ ਤਾਂ ਐਂ ਲੱਗਦਾ ਜਿਵੇਂ ਮਤਲਬ ਇੱਕ ਥੋਰ ਜੈਂਟਲਮੈਨ ਬੋਲ ਰਿਹਾ, ਪਰ ਆਈ ਫੀਲ ਵੈਰੀ ਸੈਡ ਫॉर ਹਿਮ ਕਿ ਉਹਨਾਂ ਨਾਲ ਇੱਦਾਂ ਹੋਇਆ। ਅਟਕਲਾਂ ਇਹ ਵੀ ਲਾਈਆਂ ਜਾ ਰਹੀਆਂ ਨੇ ਕਿਉਂਕਿ ਸਿੱਧੂ ਸਾਹਿਬ ਨਾਲ ਤੁਹਾਡੀ ਕਾਫੀ ਨਜ਼ਦੀਕੀਆਂ ਨੇ, ਕਾਫੀ ਤੁਹਾਡੀਆਂ ਮੁਲਾਕਾਤਾਂ ਵੀ ਹੁੰਦੀਆਂ ਨੇ ਜਾਂ ਫੋਨ ਤੇ ਗੱਲ ਵੀ ਹੁੰਦੀ ਹੋਏਗੀ ਨੋਰਮਲੀ। ਅਟਕਲਾਂ ਇਹ ਵੀ ਲੱਗ ਰਹੀਆਂ ਕਿ ਹੁਣ ਨਵਜੋਤ ਸਿੰਘ ਸਿੱਧੂ ਹੋਣੀ ਕਿਤੇ ਨਾ ਕਿਤੇ ਯੋਗਰਾਜ ਸਿੰਘ ਹਰਾਂ ਨੂੰ ਇਲੈਕਸ਼ਨਸ ਵੀ ਲੜਵਾ ਸਕਦੇ ਨੇ, ਜਾਂ ਯੋਗਰਾਜ ਸਿੰਘ ਜੀ ਸਾਨੂੰ ਕਦੀ ਨਜ਼ਰ ਆ ਸਕਦੇ ਨੇ ਕਿ ਕਿਸੇ ਹਲਕੇ ਤੋਂ ਇਲੈਕਸ਼ਨ ਲੜ ਰਹੇ ਹੋਣ। ਰਿਸ਼ਤੇ ਦੀ ਖੁਸ਼ਬੂ ਕੀ ਹੁੰਦੀ ਹੈ? ਕਿਸੇ ਨੂੰ ਮਾਂ ਕਹਿ ਦੇਣਾ, ਕਿਸੇ ਨੂੰ ਧੀ ਕਹਿ ਦੇਣਾ, ਕਿਸੇ ਨੂੰ ਭੈਣ ਕਹਿ ਦੇਣਾ, ਕਿਸੇ ਨੂੰ ਸੱਜਣ ਕਹਿ ਦੇਣਾ, ਕਿਸੇ ਨੂੰ ਆਪਣਾ ਦੋਸਤ ਕਹਿ ਦੇਣਾ। ਉਹ ਰਿਸ਼ਤਾ ਹੈ, ਉਹ ਰਿਸ਼ਤਾ ਭੁਗਦਾ ਵਫਾਦਾਰੀ ਨਾਲ, ਤੇ ਉਸ ਵਫਾਦਾਰੀ ਦੇ ਰਿਸ਼ਤੇ ਨੂੰ ਖੂਨ ਦੇਣਾ ਪੈਂਦਾ ਹੈ। ਉਹ ਖੂਨ ਦੀ ਜਿਹੜੀ ਖੇਤੀ ਕਰਨੀ ਪੈਂਦੀ ਹੈ ਤਾਂ ਉਹ ਜਿਹੜਾ ਹੈਗਾ ਰਿਸ਼ਤਾ ਬਣਦਾ। ਨਵਜੋਤ ਸਿੰਘ ਸਿੱਧੂ ਛੋਟਾ ਜਿਹਾ ਸੀ, ਪਟਿਆਲੇ ਰਹਿੰਦਾ ਸੀ, ਸਰਦਾਰ ਭਗਵੰਤ ਸਿੰਘ ਜੀ ਦਾ ਬੇਟਾ। ਅਸੀਂ ਉੱਥੇ ਕ੍ਰਿਕਟ ਖੇਡਣ ਜਾਂਦੇ ਸੀ, ਮੈਂ ਅਤੇ ਕਪਿਲ, ਹੋਰ ਸਾਡੇ ਮੁੰਡੇ ਉਹਨਾਂ ਦੇ ਘਰੇ ਰਹਿੰਦੇ ਸੀ। ਉਹਨਾਂ ਦੇ ਖਾਂਦੇ ਪੀਂਦੇ ਸੀ, ਉੱਥੇ ਸਾਰਾ ਕੁਛ ਸੀ, ਔਰ 12 'ਚ ਅਸੀਂ ਮੈਚਸ ਖੇਡਦੇ ਸੀ। ਨਵਜੋਤ ਵੱਡਾ ਹੋਇਆ, ਨਵਜੋਤ ਦੇ ਫਾਦਰ ਦਾ ਡਰੀਮ ਸੀ ਕਿ ਮੇਰਾ ਬੇਟਾ ਇੱਕ ਦਿਨ ਇੰਡੀਆ ਖੇਡੇਗਾ, ਬਹੁਤ ਵੱਡਾ ਕ੍ਰਿਕਟਰ ਬਣੇਗਾ। ਸੋ ਮੇਰੇ ਨਾਲ ਪਿਆਰ ਪੈ ਗਿਆ, ਮੇਰੇ ਨਾਲ ਇਹਨਾਂ ਦੇ ਫਾਦਰ ਦਾ ਬੜਾ ਪਿਆਰ ਪੈ ਗਿਆ। ਇਹ ਵੱਡਾ ਹੁੰਦਾ ਗਿਆ, ਇਹਨੂੰ ਨਾਲ ਲੈ ਕੇ ਜਾਂਦੇ ਸੀ, ਇਹਦੇ ਨਾਲ ਖੇਡਦੇ ਸੀ, ਖਿਡਾਉਂਦੇ ਸੀ। ਅਤੇ ਮੈਨੂੰ ਸਰਦਾਰ ਭਗਵੰਤ ਸਿੰਘ ਸਿੱਧੂ ਇੱਕ ਦਿਨ ਕਹਿਣ ਲੱਗੇ, ਕਹਿੰਦੇ ਬੇਟਾ ਯੋਗ ਇਸ ਤਰ੍ਹਾਂ ਹੀ ਤੇਰੇ ਵਾਂਗੂ ਇਹ ਵੀ ਇਕੱਲਾ ਹੀ ਹੈ, ਅਤੇ ਤੂੰ ਉਹਦਾ ਖਿਆਲ ਰੱਖੀ। ਉਹਨਾਂ ਨੇ ਹੋਰ ਨਾ ਕਿਸੇ ਨੂੰ ਕਹਿ ਤਾ, ਜਿੱਦਾਂ ਮੈਂ ਗੁਰੂ ਘਰ ਦੀ ਗੱਲ ਕਰਦਾ ਵੀ ਬਾਬਾ ਟਾਲਾ ਸਾਹਿਬ ਬਾਬਾ ਜੀ ਨੇ, ਦਰਸ਼ਨ ਸਿੰਘ ਜੀ ਨੇ ਇਹ ਕਿਉਂ ਕਿਹਾ ਵੀ ਯੋਗਰਾਜ ਸਿੰਘ ਅਜੇ ਗੁਰੂ ਘਰ ਨੇ ਤੇ ਤੋਂ ਬਹੁਤ ਸੇਵਾਵਾਂ ਲੈਣੀਆਂ, ਤੂੰ ਨਵਜੋਤ ਸਿੰਘ ਸਿੱਧੂ ਨੂੰ ਕੱਢ ਕੇ ਲਿਆ, ਹੋਰ ਨਾ ਕਿਸੇ ਦਾ ਨਾਮ ਲੈ ਲਿਆ। ਓਬਵੀਅਸਲੀ ਦ ਗੋਡ ਦ ਗੁਰੂਜ਼ ਦੇ ਨੋ ਕਿ ਹੂ ਇਜ਼ ਦੀ ਚੋਜ਼ਨ ਵਨ। ਇਸੇ ਤਰ੍ਹਾਂ ਨਵਜੋਤ ਜਦ ਵੱਡਾ ਹੋ ਰਿਹਾ ਸੀਗਾ ਅਤੇ ਉਹਦਾ ਵਿਆਹ ਆ ਗਿਆ, ਅਤੇ ਸਰਦਾਰ ਜੀ ਇਹਦੇ ਵਿਆਹ ਤੋਂ ਪਹਿਲਾਂ ਉਹਨਾਂ ਚਲਾਣਾ ਕਰ ਗਏ, ਅਤੇ ਮੈਂ ਬਾਪ ਬਣ ਕੇ ਖੜ੍ਹ ਕੇ, ਪਿਓ ਬਣ ਕੇ ਉਹਦਾ ਵਿਆਹ ਕੀਤਾ। ਔਰ 1-2 ਵਾਰੀ ਭੀੜਾਂ ਵੀ ਪਈਆਂ, ਮੈਂ ਨਾਲ ਖੜ੍ਹਾ ਹੋਇਆ ਕਿਉਂਕਿ ਮੇਰਾ ਫਰਜ਼ ਬਣਦਾ ਸੀ। ਸੋ ਨਵਜੋਤ ਸਿੰਘ ਸਿੱਧੂ ਨੂੰ ਜਦ ਮੈਨੂੰ ਬਾਬਾ ਜੀ ਨੇ ਕਿਹਾ, ਟਾਲਾ ਸਾਹਿਬ ਗੁਰਦੁਆਰੇ ਤੋਂ ਬਾਬਾ ਦਰਸ਼ਨ ਸਿੰਘ ਨੇ ਮੈਨੂੰ ਕੱਢ ਕੇ ਲਿਆਉਣਾ, ਤਾਂ ਮੈਂ ਫਿਰ ਪਹਿਲਾਂ ਅੰਮ੍ਰਿਤਸਰ ਗਿਆ। ਤੁਸੀਂ ਉਹ ਵੀਡੀਓ ਦੇਖੀ ਹੋਣੀ ਜਿਹੜੀ ਇਹਨੇ ਪਾਈ ਹੈ, ਮੇਰਾ ਉਹਦਾ ਰਿਲੇਸ਼ਨਸ਼ਿਪ ਕੈਸਾ ਹੈ। ਮੈਂ ਪਟਿਆਲੇ ਗਿਆ, ਹੀ ਸੱਚ ਅ ਵੰਡਰਫੁਲ ਹਿਊਮਨ ਬੀਇੰਗ। ਮੈਂ ਤੁਹਾਨੂੰ ਜੀ ਦੱਸ ਨਹੀਂ ਸਕਦਾ, ਮੇਰਾ ਕੋਈ ਉਹ ਮਾਮੇ ਦਾ ਪੁੱਤਰ ਨਹੀਂ ਹੈਗਾ, ਲੇਕਿਨ ਮੇਰਾ ਉਹਦੇ ਨਾਲ ਰਿਲੇਸ਼ਨਸ਼ਿਪ ਐਸਾ ਬਣ ਗਿਆ ਹੈ ਕਿਉਂਕਿ ਉਹ ਇੱਕ ਸੱਚਾ ਸੁੱਚਾ ਗੁਰੂ ਘਰ ਦਾ ਥਾਪੜਾ ਦਾ ਬੰਦਾ ਹੈ। ਤੁਹਾਨੂੰ ਯਾਦ ਹੈ ਮੈਨੂੰ ਨਵਜੋਤ ਨੇ ਇੱਕ ਵਾਰੀ ਕੀ ਕਿਹਾ? ਮੈਂ ਤੁਹਾਨੂੰ ਗੱਲ ਸੁਣਾਉਣਾ। ਜਦ ਅਸੀਂ ਇਹ ਗੱਲ ਚੱਲ ਰਹੀ ਸੀਗੀ ਔਰ ਨਵਜੋਤ ਦੀ ਗੱਲ ਚੱਲ ਰਹੀ ਸੀ, ਜਦ ਕਿਸਾਨਾਂ ਦੀ ਗੱਲ ਚੱਲ ਰਹੀ ਸੀ, ਵਨ ਡੇ ਹੀ ਰੈਂਗ ਮੀ ਅਪ। ਮੈਂ ਫੋਨ ਕੀਤਾ, ਚੱਕਿਆ ਨਹੀਂ, ਹੀ ਗੌਟ ਅ ਕਾਲ ਫਰਮ ਹਿਮ। ਮੈਨੂੰ ਪਤਾ ਕੀ ਕਿਹਾ? ਕਹਿੰਦਾ ਯੋਗ ਭਾ, ਉਹ ਮੈਨੂੰ ਯੋਗ ਭਾ ਹੀ ਕਹਿੰਦਾ ਜੀ ਹਰਿਮੰਦਰ ਸਾਹਿਬ ਮੈਂ ਮੱਥਾ ਟੇਕਣ ਗਿਆ ਸੀ, ਮੈਨੂੰ ਤੁਸੀਂ ਉੱਥੇ ਨਾ ਖੜ੍ਹੇ ਨਜ਼ਰ ਆਏ, ਔਰ ਮੈਨੂੰ ਇਹ ਹੁਕਮ ਹੋਇਆ ਉੱਥੋਂ, ਇਹ ਲੱਗਿਆ ਕਿ ਆਈ ਸ਼ੁੱਡ ਵਾਕ ਅੰਡਰ ਯੋਰ ਅੰਬਰੈਲਾ, ਅਤੇ ਤੁਸੀਂ ਮੋਗੇ ਰੈਲੀ ਕਰੋ ਪਹਿਲੀ ਕਿਸਾਨਾਂ ਦੀ, ਮੈਂ ਆਊਂਗਾ। ਉਹ ਇੱਕ ਬੜੀ ਲੰਬੀ ਕਹਾਣੀ ਹੈ, ਉਹ ਆਈ ਡੋਂਟ ਟੂ ਸੇ ਇਟ, ਪਰ ਰਿਲੇਸ਼ਨ ਸਿੰਸ ਯੂ ਆਸਕ ਦੈਟ ਕੁਐਸਚਨ, ਮੈਂ ਉਸ ਬੰਦੇ ਦੇ ਨਾਲ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੜ੍ਹਾ। ਔਰ ਮੈਂ ਇਸ ਕਰਕੇ ਨਹੀਂ ਖੜ੍ਹਾ ਕਿ ਮੈਂ ਇਲੈਕਸ਼ਨ ਲੜਨੀ ਹੈ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਔਰ ਬੜੇ ਬੰਦੇ ਨੂੰ ਕਿਹਾ ਹੈ ਕਿ ਮੈਂ ਬੜੀਆਂ ਬਰਾਤਾਂ ਚੜ੍ਹਾਈਆਂ ਨੇ। ਮੈਂ ਕਾਂਗਰਸ 'ਚ ਰਿਹਾ, ਮੇਰੇ ਵੱਡੇ ਲੋਕਾਂ ਨਾਲ ਦੋਸਤਾਂ ਨਾਲ ਰਿਹਾ। ਵਿਨੋਦ ਸ਼ਰਮੇ ਵਰਗੇ ਬੰਦੇ ਮੇਰੇ ਬਹੁਤ 30 ਸਾਲ 35 ਸਾਲ ਪੁਰਾਣੇ ਯਾਰ ਰਹੇ ਹੈ। ਸੰਜੇ ਗਾਂਧੀ ਜੀ, ਰਾਜੀਵ ਜੀ, ਸਾਰੇ ਰਾਜੀਵ ਜੀ ਤਾਂ ਬੰਦੇ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਤੂੰ ਸਿਕਿਉਰਿਟੀ ਕਰਨੀ 87 ਦੀ ਇਲੈਕਸ਼ਨ ਵਿਨੋਦ ਸ਼ਰਮੇ ਦੀ। ਮੈਂ ਕੁਛ ਵੀ ਬਣ ਸਕਦਾ ਸੀ, ਮੈਂ CM ਵੀ ਬਣ ਸਕਦਾ ਸੀ, ਮੈਂ ਮਿਨਿਸਟਰ ਵੀ ਸੈਂਟਰ 'ਚ ਬਣ ਸਕਦਾ ਸੀ, ਮੈਂ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ ਸੀ, ਕੁਛ ਵੀ ਬਣ ਸਕਦਾ ਸੀ, ਪਰ ਮੈਨੂੰ ਇਹ ਚੀਜ਼ਾਂ 'ਚ ਇੰਟਰਸਟ ਨਹੀਂ ਹੈ। ਮੈਂ ਕੋਈ ਇਲੈਕਸ਼ਨ ਲੜਨ ਵਾਸਤੇ ਨਹੀਂ ਆਇਆ ਇੱਥੇ। ਮੈਨੂੰ ਗੁਰੂ ਘਰ ਤੋਂ ਹੁਕਮ ਹੋਇਆ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਤੁਰਨਾ ਹੈ। ਮੈਂ ਕੋਈ ਵੀ ਗੱਲ ਹੁੰਦੀ ਹੈ ਮੈਂ ਪਹਿਲਾਂ ਗੁਰੂ ਘਰ ਨੂੰ ਪੁੱਛਦਾ, ਆਪਣੇ ਪਿਤਾ ਜੀ ਨੂੰ, ਕਿ ਜੀ ਮੈਨੂੰ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਬਾਬਾ ਦਰਸ਼ਨ ਸਿੰਘ ਜੀ ਜੋ ਕਹਿੰਦੇ ਮੈਂ ਉਹ ਕਰਦਾ। ਸੋ ਉਹਨਾਂ ਨੇ ਮੈਨੂੰ ਕਿਹਾ ਇਹਦੇ ਨਾਲ ਚੱਲਣਾ।
ਐਂਡ ਆਈ ਐਮ ਕਮਿਟਡ ਟੂ ਅ ਗੁੱਡ ਮੈਨ ਆਫ ਗੋਡ। ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਇਹ ਨਾ ਸਮਝ ਲਿਓ, ਮੈਂ ਫਿਰ ਲੋਕਾਂ ਨੂੰ ਬੁਲੰਦਆਵਾਜ਼ 'ਚ ਕਹਿਣਾ ਕਿ ਉਹ ਆਰਡੀਨਰੀ ਬੰਦਾ ਹੈ। ਹੀ ਇਜ਼ ਅ ਚੋਜ਼ਨ ਵਨ। ਉਹ ਰੱਬ ਨੇ ਉਹਨੂੰ ਚੂਜ਼ ਕੀਤਾ ਹੈ ਕਿ ਜਾ ਕੇ ਪੰਜਾਬ ਦੀ ਧਰਤੀ ਦਾ ਸਿਰਜਣਾ ਦੁਬਾਰਾ ਕਰ, ਨਵਾਂ ਕਰ। ਇਹ ਉਹਨੂੰ ਕੰਮ ਦਿੱਤਾ ਹੈ। ਜਿਹੜਾ ਉਹਦੇ ਨਾਲ ਤੁਰੇਗਾ ਉਹ ਤਰ ਜਾਏਗਾ, ਜਿਹੜਾ ਉਹਦੇ ਖਿਲਾਫ ਤੁਰੇਗਾ ਉਹ ਝੜ ਜਾਏਗਾ, ਖਤਮ ਹੋ ਜਾਏਗਾ। ਔਰ ਮੈਂ ਨਵਜੋਤ ਸਿੰਘ ਸਿੱਧੂ ਨਾਲ ਉਦੋਂ ਤੱਕ ਤੁਰਾਂਗਾ ਜਦ ਤੱਕ ਮੇਰੇ ਸਾਹ 'ਚ ਸਾਹ ਹੈ, ਤਾਂ ਕਿ ਲੋਕ, ਦੁਨੀਆ, ਮੇਰੇ ਘਰ ਦੇ ਇਹ ਨਾ ਕਹਿ ਸਕਣ ਕਿ ਸਾਡਾ ਪਿਓ ਗੱਦਾਰ ਸੀ, ਸਾਡਾ ਪਿਓ ਯੋਗਰਾਜ ਸਿੰਘ, ਨਵਜੋਤ ਸਿੰਘ ਸਿੱਧੂ ਦਾ ਸਾਥ ਛੱਡ ਗਿਆ, ਜਾਂ ਕਿਸਾਨਾਂ ਦਾ ਸਾਥ ਛੱਡ ਗਿਆ, ਜਾਂ ਪੰਜਾਬ ਦੇ ਲੋਕਾਂ ਦਾ ਸਾਥ ਛੱਡ ਗਿਆ। ਮੈਂ ਜਦ ਤੱਕ ਜਿਉਣਾ ਪੰਜਾਬ ਦੇ ਕਿਸਾਨਾਂ ਵਾਸਤੇ, ਪੰਜਾਬ ਦੇ ਹਰ ਵਰਗ ਦੇ ਬੰਦੇ ਵਾਸਤੇ, ਪੰਜਾਬ ਦੇ ਹਰ ਧਰਮ ਦੇ ਬੰਦੇ ਵਾਸਤੇ ਮੈਂ ਮਰੂੰਗਾ, ਜਿਊਂਗਾ, ਨਵਜੋਤ ਸਿੰਘ ਸਿੱਧੂ ਦੇ ਨਾਲ ਤੁਰੂੰਗਾ। ਦੈਟ ਇਜ਼ ਫਾਈਨਲ ਵਰਡ। ਔਰ ਦੁਨੀਆ ਦੀ ਕੋਈ ਤਾਕਤ, ਦੁਨੀਆ ਦੀ ਕੋਈ ਦੌਲਤ ਯੋਗਰਾਜ ਸਿੰਘ ਨੂੰ ਨਾ ਖਰੀਦ ਸਕਦੀ ਹੈ, ਨਾ ਉਹਦਾ ਇਮਾਨ ਡੋਲ ਸਕਦਾ ਹੈ, ਕਿਉਂਕਿ ਇੱਕ ਪਿਓ ਤੇ ਪੁੱਤ ਦਾ ਰਿਸ਼ਤਾ ਹੈ। ਔਰ ਇਹ ਪਿਓ ਤੇ ਪੁੱਤ ਦਾ ਰਿਸ਼ਤਾ ਹਿਸਟਰੀ ਦੇ ਵਿੱਚ ਲਿਖਿਆ ਜਾਏਗਾ। ਲੋਕ ਯਾਦ ਕਰਿਆ ਕਰਨਗੇ, ਕਿਆ ਕਰਨਗੇ, ਵੀ ਆਹ ਪਿਓ ਪੁੱਤ ਹੁੰਦੇ ਸੀ ਜਿਨ੍ਹਾਂ ਨੇ ਪੰਜਾਬ ਦਾ ਸਿਰਜਣਾ ਕੀਤੀ, ਰੱਬ ਦੀ ਕਿਰਪਾ ਨਾਲ, ਖੁਦਾ ਦੀ ਕਿਰਪਾ ਨਾਲ, ਸ਼ਹੀਦਾਂ ਦੀ ਕਿਰਪਾ ਨਾਲ, ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ, ਦੇਵੀ ਦੇਵਤਿਆਂ ਦੀ ਕਿਰਪਾ ਨਾਲ। ਅਸੀਂ ਕੁਛ ਨਹੀਂ, ਪਰ ਹਾਂ ਸਾਡਾ ਨਾਮ ਆਏਗਾ ਇੱਕ ਦਿਨ, ਜਦ ਅਸੀਂ ਦੁਨੀਆ 'ਚ ਨਹੀਂ ਰਵਾਂਗੇ ਔਰ ਪੰਜਾਬ ਵਿੱਚ ਨਵਾਂ ਸੂਰਜ ਚੜ੍ਹੇਗਾ। ਔਰ ਲੋਕ, ਆਉਣ ਵਾਲੀਆਂ ਨਸਲਾਂ ਕਿਆ ਕਰਨਗੀਆਂ ਕਿ ਇਹ ਦੋ ਬੰਦੇ ਹੁੰਦੇ ਸੀ ਜਿਹੜੇ ਸੱਚਾਈ ਪਿੱਛੇ ਲੜੇ ਸੀ, ਅਤੇ ਅੱਜ ਇਹਨਾਂ ਨੇ ਪੰਜਾਬ ਦਾ ਮੁਕੱਦਰ ਇਹਨਾਂ ਲੋਕਾਂ ਨੇ ਬਦਲਿਆ। ਜੀ, ਔਰ ਆਈ ਥਿੰਕ ਸਾਡੇ ਵਰਗੇ ਹੋਰ ਬਹੁਤ ਸਾਰੇ ਸਾਨੂੰ ਜੁਆਇਨ ਇਨ ਕਰਨਗੇ, ਕਿਉਂਕਿ ਜਦ ਸੱਚਾਈ ਦੀ ਹਨੇਰੀ ਚੱਲਦੀ ਹੈ ਨਾ, ਤੇ ਫਿਰ ਆਸੇ ਪਾਸੇ ਰਹਿੰਦਾ ਕੁਝ ਨਹੀਂ, पेड़ वही खड़ा रह जाता है जो वो अंधेरी में सच्चाई में ज़िंदगी में पला हो। ਜਿੱਦਾਂ ਤੁਸੀਂ ਕਿਹਾ ਕਿ ਤੁਹਾਡਾ ਪਿਓ ਪੁੱਤ ਵਾਲਾ ਰਿਸ਼ਤਾ ਹੈ, ਬਹੁਤ ਵਧੀਆ ਰਿਸ਼ਤਾ ਤੁਹਾਡਾ ਹੈ। ਜੇ ਅੱਜ ਨਵਜੋਤ ਸਿੰਘ ਸਿੱਧੂ ਹੁਣੀ ਆ ਕੇ ਕਹਿੰਦੇ ਨੇ ਕਿ ਚਲੋ ਯੋਗਰਾਜ ਜੀ ਆਪਾਂ ਚੱਲੀਏ ਇਸ ਹਲਕੇ 'ਚੋਂ ਇਲੈਕਸ਼ਨ ਲੜਨਾ, ਮਤਲਬ ਕਨਫਰਮ ਹੈ ਫਿਰ? ਮੈਂ ਕਿਹਾ ਜੀ ਉਹ ਇਲੈਕਸ਼ਨ ਤਾਂ ਬੜੀ ਛੋਟੀ ਜੀ ਗੱਲ ਹੈ। ਉਹ ਮੈਨੂੰ ਇਹ ਕਹਿ ਦੇਣਾ ਕਿ ਬਾਪੂ ਚੱਲ ਮੇਰੇ ਨਾਲ ਤੇ ਮੈਨੂੰ ਤੇਰਾ ਸੀਸ ਚਾਹੀਦਾ, ਉਹ ਵੀ ਹਾਜ਼ਰ ਉਹਦੇ ਵਾਸਤੇ। ਇਹ ਤਾਂ ਬੜੀ ਛੋਟੀ ਗੱਲ ਹੈ। ਤੇ ਹੁਣ ਆਪਾਂ ਇਸ ਇੰਟਰਵਿਊ ਨੂੰ ਅੰਤ ਤੱਕ ਲੈ ਕੇ ਜਾਂਦੇ ਹਾਂ। ਕਿਸਾਨ ਵੀ ਹੁਣ ਆ ਗਏ ਨੇ, ਨਵਜੋਤ ਸਿੰਘ ਸਿੱਧੂ ਹੋਣੀ ਵੀ ਹੁਣ ਸਾਹਮਣੇ ਨੇ, ਆਮੋ ਸਾਹਮਣੇ ਆ ਦੋਨੋਂ। ਇੱਕ ਤੁਹਾਡੇ ਜਿਨ੍ਹਾਂ ਤੁਸੀਂ ਨਾਲ ਚੱਲੇ ਤੇ ਇੱਕ ਜਿਨ੍ਹਾਂ ਤੁਹਾਡਾ ਪੁੱਤਾਂ ਵਰਗਾ ਰਿਸ਼ਤਾ ਹੈ। ਕਿਸ ਨੂੰ ਜ਼ਿਆਦਾਤਰ ਤੁਹਾਡਾ, ਕਿਉਂਕਿ ਹਰ ਉਹੀ ਗੱਲ ਕਹਿੰਦੇ ਨੇ ਕਿ ਪੁੱਤ ਹਰ ਕਿਸੇ ਨੂੰ ਪਿਆਰਾ ਹੁੰਦਾ, ਪਰ ਕਿਸਾਨੀ ਨਾਲ ਵੀ ਤੁਸੀਂ ਤੁਰੇ ਹੋ। ਹੁਣ ਦੱਸੋ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਦੋਨੋਂ ਆਮੋ ਸਾਹਮਣੇ ਔਰ ਦੋਨਾਂ ਦਾ ਹੀ ਸਾਥ ਤੁਸੀਂ ਹਮੇਸ਼ਾ ਦਿੱਤਾ। ਮੈਂ ਜਦ ਕਿਸਾਨ ਅੰਦੋਲਨ ਵਿੱਚ ਚੱਲਿਆ ਨਾ, ਤੇ ਮੈਂ ਆਪਣੇ ਪਰਿਵਾਰ ਨੂੰ ਬਿਠਾਇਆ, ਮੇਰੀ ਵਾਈਫ ਉਹ ਸਾਹਮਣੇ ਬੈਠੀ ਹੈ। ਮੈਂ ਕਿਹਾ ਮੈਂ ਇੱਕ ਗੱਲ ਪੁੱਛਣੀ ਹੈ, ਉਹਦਾ ਜਵਾਬ ਦਿਓ। ਜੇ ਇਸ ਅੰਦੋਲਨ 'ਚ ਮੈਂ ਕਿਹਾ ਮੈਂ ਸ਼ਹੀਦ ਹੋ ਗਿਆ, ਮੇਰੀ ਗੋਲੀ ਵੱਜ ਗਈ, ਤੇ ਤੁਸੀਂ ਇਸ ਗੱਲ ਦਾ ਗੁੱਸਾ ਤਾਂ ਨਹੀਂ ਕਰੋਗੇ? ਜਾਂ ਤਾਂ ਹੁਣੇ ਹੀ ਮੈਨੂੰ ਤੁਸੀਂ ਘਰੋਂ ਤੋਰ ਦਿਓ, ਕਹਿ ਦਿਓ ਅਸੀਂ ਤੇਰੇ ਕੁਛ ਨਹੀਂ ਲੱਗਦੇ, ਤੂੰ ਸਾਡਾ ਕੁਛ ਨਹੀਂ ਲੱਗਦਾ, ਜੇ ਤੁਹਾਨੂੰ ਡਰ ਲੱਗਦਾ। ਨਹੀਂ ਤਾਂ ਮੈਂ, ਹੋ ਸਕਦਾ ਕੱਲ੍ਹ ਨੂੰ ਥੋਤੋਂ ਉੱਤੇ ਨੇ ਮੈਨੂੰ ਕਿਸਾਨ, ਮੇਰੇ ਪਰਿਵਾਰ ਤੋਂ ਕਿਸਾਨ ਮੈਨੂੰ ਬਹੁਤ ਪਿਆਰਾ ਹੈ, ਕਿਉਂਕਿ ਉਹ ਅੰਨਦਾਤਾ ਹੈ। ਮੈਨੂੰ ਪੰਜਾਬ ਦੀ ਧਰਤੀ ਬਹੁਤ ਪਿਆਰੀ ਹੈ, ਕਿਉਂਕਿ ਮੇਰੀ ਮਾਤਾ ਹੈ, ਮੈਂ ਇੱਥੇ ਜਨਮ ਲਿਆ ਹੈ। ਪੰਜਾਬ ਦੀ ਧਰਤੀ ਦੇ ਹਰ ਪਿੰਡ ਦੇ ਵਿੱਚ ਮੈਂ ਉਹਦਾ ਨੂਣ ਖਾਧਾ, ਰੋਟੀ ਖਾਧੀ, ਉੱਥੇ ਸ਼ੂਟਿੰਗਸ ਕੀਤੀਆਂ, ਆਪਣੀ ਜਵਾਨੀ ਕੱਟੀ ਹੈ। ਮੈਂ ਪੰਜਾਬ ਦਾ ਵਿਰਸੇ ਦਾ, ਪੰਜਾਬ ਦੀ ਧਰਤੀ ਦਾ, ਮਾਤਾ ਦਾ ਕਰਜ਼ਾ ਮੋੜ ਨਹੀਂ ਸਕਦਾ। ਮੈਨੂੰ ਮੇਰੇ ਘਰਦਿਆਂ ਨੇ ਕਿਹਾ, ਸਾਨੂੰ ਫਖਰ ਹੋਏਗਾ ਜ਼ਿੰਦਗੀ 'ਚ ਕਿ ਸਾਡਾ, ਮੇਰਾ ਘਰ ਵਾਲਾ ਜਾਂ ਮੇਰੇ ਬੱਚਿਆਂ ਦਾ ਬਾਪ ਜਾਂ ਸਾਡਾ ਵੱਡ ਵਡੇਰਾ ਇਸ ਰਾਹ 'ਤੇ ਚੱਲਦਾ ਸ਼ਹੀਦ ਹੋਇਆ, ਅਤੇ ਉਹਦੇ ਖੂਨ ਦੇ ਛਿੱਟੇ ਜਿਹੜੇ ਅੱਜ ਪੰਜਾਬ ਦੀ ਧਰਤੀ ਨੂੰ ਸੰਵਾਰ ਰਹੇ ਆ। ਇਹੀ ਸਵਾਲ ਮੈਂ ਯੂਵੀ ਨੂੰ ਪੁੱਛਿਆ, ਮੈਂ ਕਿਹਾ ਤੂੰ ਦੱਸ ਦੇ, ਕੱਲ੍ਹ ਨੂੰ ਤੂੰ ਨਾ ਕਹੀਂ। ਉਹ ਕਹਿੰਦਾ ਪਾਪਾ ਦੁੱਖ ਦੀ ਗੱਲ ਤਾਂ ਹੈ ਕਿ ਜੋ ਤੁਸੀਂ ਕੀਤਾ ਉਹ ਮੈਂ ਨਹੀਂ ਕਰ ਸਕਿਆ। ਮੈਂ ਕਿਹਾ ਕੋਈ ਗੱਲ ਨਹੀਂ। ਕਹਿੰਦਾ ਆਮ ਵੈਰੀ ਪ੍ਰਾਊਡ ਆਫ ਯੂ। ਜਦ ਤੁਹਾਨੂੰ ਤੁਹਾਡੇ ਘਰ ਦੇ ਗੱਲ ਕਹਿ ਦਿੰਦੇ ਆ, ਤੁਹਾਡੀ ਵਾਈਫ ਤੁਹਾਡੇ ਨਾਲ ਖੜ੍ਹ ਜਾਂਦੀ ਹੈ, ਤੁਹਾਡੇ ਬੱਚੇ ਤੁਹਾਡੇ ਨਾਲ ਖੜ੍ਹ ਜਾਂਦੇ ਆ, ਯੂ ਨੋ ਹਾਊ ਮਚ ਪਾਵਰ ਇਟ ਗਿਵਸ ਯੂ, ਤੁਹਾਨੂੰ ਇੰਨੀ ਤਾਕਤ ਮਿਲਦੀ ਜ਼ਿੰਦਗੀ 'ਚ। ਅਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ। ਹੁਣ ਤੁਸੀਂ ਸਵਾਲ ਕੀਤਾ ਸੀ ਕਿਸਾਨ ਕਿ ਨਵਜੋਤ ਸਿੰਘ ਸਿੱਧੂ,
ਪਹਿਲੀ ਗੱਲ ਤਾਂ ਨਾ ਕਿਸਾਨ ਤੇ ਨਵਜੋਤ ਸਿੰਘ ਸਿੱਧੂ ਇੱਕ ਨੇ। ਪੰਜਾਬ ਦੀ ਧਰਤੀ, ਪੰਜਾਬ ਦੇ ਹਰ ਵਰਗ ਦੇ ਲੋਕ, ਪੰਜਾਬ ਦੇ ਹਰ ਧਰਮ ਦੇ ਲੋਕ, ਹਰ ਆਦਮੀ ਇਸ ਪੰਜਾਬ ਦੀ ਧਰਤੀ ਦਾ, ਉਹ ਨਵਜੋਤ ਸਿੰਘ ਸਿੱਧੂ ਤੇ ਕਿਸਾਨ ਪੰਜਾਬ ਦੇ ਲੋਕ ਇੱਦਾਂ ਹੈ। ਔਰ ਇਸ ਮੁੱਠੀ ਵਿੱਚ ਮੈਂ ਵੀ ਸਮਾਇਆ ਹੋਇਆ। ਸਾਡੀ ਇੱਕ ਜ਼ਮੀਰ ਹੈ, ਜਿੱਦਣ ਮੇਰੀ ਕਬਰ ਬਣੇਗੀ ਜਾਂ ਨਵਜੋਤ ਸਿੰਘ ਸਿੱਧੂ ਦੀ ਕਬਰ ਬਣੇਗੀ ਤਾਂ ਉਸ ਪੰਜਾਬ ਦੀ ਮਿੱਟੀ ਦੇ ਉੱਤੇ ਹੀ ਬਣੇਗੀ ਜਿੱਥੇ ਲੋਕ ਫੁੱਲ ਚੜਾਇਆ ਕਰਨਗੇ। ਸੋ ਦੇਰ ਇਜ਼, ਉਹਦੇ 'ਚ ਕੋਈ ਫਰਕ ਨਹੀਂ। ਲੇਕਿਨ ਜੇ ਕਿਸਾਨਾਂ ਦੀ, ਪੰਜਾਬ ਦੇ ਲੋਕਾਂ ਦੀ, ਧੀਆਂ ਭੈਣਾਂ ਦੀ, ਬਜ਼ੁਰਗਾਂ ਦੀ, ਮੇਰੀ ਮਾਤਾਵਾਂ ਦੀ ਜੇ ਗੱਲ ਆ ਗਈ ਤੇ ਉਹਦੇ ਵਿੱਚ ਮੈਨੂੰ ਡਿਫਰੈਂਸ਼ੀਏਟ ਕਰਨਾ ਪਿਆ ਕਿ ਤੂੰ ਕਿਹਦੇ ਵੱਲ ਹੈ, ਆਪਣੇ ਪਰਿਵਾਰ ਵੱਲ ਹੈ, ਨਵਜੋਤ ਸਿੰਘ ਸਿੱਧੂ ਵੱਲ ਹੈ ਕਿ ਇਹਨਾਂ ਵੱਲ ਹੈ, ਤੇ ਮੈਂ ਫਿਰ ਆਪਣੇ ਪੰਜਾਬ ਦੇ ਲੋਕਾਂ ਦੇ ਵੱਲ ਹਾਂ। ਐਂਡ ਆਈ ਵਿਲ ਰਿਮੇਨ ਟਿਲ ਮਾਈ ਲਾਸਟ ਬ੍ਰੈਥ ਆਫ ਲਾਈਫ। ਮਤਲਬ ਇਨ ਸ਼ਾਰਟ ਕਹਿ ਸਕਦੇ ਹਾਂ, ਸ਼ੈਰੀ ਔਨ ਦਾ ਟਾਪ ਕੈਨ ਬੀ ਅ ਚੈਰੀ ਔਨ ਦਾ ਟਾਪ। ਆਈ ਥਿੰਕ ਹੀ ਇਜ਼ ਆਲਰੇਡੀ ਅ ਚੈਰੀ, ਕਿਉਂਕਿ ਜਦ ਤੁਸੀਂ ਇਸ ਆਈਸਕ੍ਰੀਮ ਨੂੰ ਖਾਓਗੇ ਨਾ, ਸਭ ਤੋਂ ਪਹਿਲਾਂ ਟੇਸਟ ਤੁਹਾਨੂੰ ਸ਼ੈਰੀ ਤੇ ਚੈਰੀ ਦਾ ਇਕੱਠਾ ਆਏਗਾ। ਸੋ ਇੱਕ ਆਖਰੀ ਸਵਾਲ ਯੋਗਰਾਜ ਜੀ, ਕਿਉਂਕਿ ਗੱਲਾਂ ਵਿੱਚ ਅਟਕਲਾਂ ਇਹ ਵੀ ਆ ਰਹੀਆਂ ਸੀ ਕਿ ਜਿਹੜੇ ਪੰਜਾਬ ਦੇ ਕ੍ਰਿਕਟਰ ਨੇ, ਟਰਬਨੇਟਰ ਹਰਭਜਨ ਸਿੰਘ ਰੀਸੈਂਟਲੀ ਰਿਟਾਇਰ ਹੋਏ ਨੇ, ਸੰਨਿਆਸ ਲਿਆ ਉਹਨਾਂ ਨੇ। ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਜਦੋਂ ਮੈਂ ਸੰਨਿਆਸ ਲਿਆ, ਵਾਜ਼ ਨਾਟ ਦੈਟ ਗ੍ਰੈਂਡ, ਕੋਈ ਗ੍ਰੈਂਡ ਨਹੀਂ ਹੋਇਆ। ਮੈਂ ਇੱਕ ਨੋਰਮਲ ਜਲੰਧਰ ਦੇ ਉਹਨਾਂ ਨੇ ਇੱਕ ਪਾਰਕ ਦੇ ਵਿੱਚ ਮੱਥਾ ਟੇਕਿਆ, ਜਿੱਥੋਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਦੇ ਵਿੱਚ ਅਟਕਲਾਂ ਇਹ ਵੀ ਲਾਈਆਂ ਜਾ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਹਣੀ ਸ਼ਾਇਦ ਉਹਨਾਂ ਨੂੰ ਵੀ ਅਪਰੋਚ ਕਰ ਰਹੇ ਨੇ ਕਿ ਉਹ ਇਲੈਕਸ਼ਨਸ ਦੇ ਵਿੱਚ ਆਉਣ, ਆਪਣੀ ਕਿਸੇ ਸੀਟ ਦੇ ਉੱਤੇ ਦਾਅਵੇਦਾਰੀ ਪੇਸ਼ ਕਰਨ, ਕਾਂਗਰਸ ਜੁਆਇਨ ਕਰਨ ਤੇ ਇਲੈਕਸ਼ਨ ਲੜਨ। ਜੇ ਇਹ ਚੀਜ਼ ਪੋਸੀਬਲ ਹੋ ਜਾਂਦੀ ਹੈ, ਫਿਰ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਦੇਖਦੇ ਹੋ? ਕਿਉਂਕਿ ਕ੍ਰਿਕਟ ਨਾਲ ਵੀ ਤੁਹਾਡਾ ਬਹੁਤ ਜ਼ਿਆਦਾ ਨਾਤਾ ਰਿਹਾ, ਤੁਸੀਂ ਆਪ ਦੱਸਿਆ, ਪੋਲੀਟਿਕਸ ਨਾਲ ਵੀ ਤੁਹਾਡਾ ਬਹੁਤ ਜ਼ਿਆਦਾ ਨਾਤਾ ਰਿਹਾ। ਦੇਖੋ ਬੇਟਾ, ਇਸ ਵਕਤ ਜਿਹੜੇ ਹਾਲਾਤ ਨੇ ਜੀ, ਮੈਂ ਸਮਝਦਾ ਕਿ ਹਰ ਆਦਮੀ ਨੂੰ ਪੰਜਾਬ ਦੇ ਵਿੱਚ ਪੋਲੀਟੀਕਲ ਸਿਸਟਮ ਦੇ ਵਿੱਚ ਕੁੱਦਣਾ ਚਾਹੀਦਾ, ਬਿਕੋਜ਼ ਵੀ ਆਰ ਐਟ ਵਾਰ, ਵੀ ਆਰ ਨਾਟ ਫਾਈਟਿੰਗ ਇਲੈਕਸ਼ਨਸ। ਮੈਂ ਫਿਰ ਕਹਿ ਰਿਹਾ, ਇਨਫੈਕਟ ਮੇਰੀ ਵਾਈਫ ਨੂੰ ਆਪ ਵਾਲੇ ਟਿਕਟ ਦੇ ਰਹੇ ਸੀ, ਹੁਣ ਵੀ ਦਿੰਦੇ। ਮੇਰੀ ਵਾਈਫ ਨੇ ਮੈਨੂੰ ਕਿਹਾ ਕਿ ਮੈਂ ਕੀ ਕਰਾਂ, ਮੈਂ ਕਿਹਾ ਜਾ ਕੇ ਇਲੈਕਸ਼ਨ ਲੜ, ਆਪ ਤੋਂ ਲੜ। ਪਾਰਟੀ ਮਾੜੀ ਨਹੀਂ ਹੁੰਦੀ, ਪਾਰਟੀ ਨੂੰ ਚਲਾਉਣ ਵਾਲੇ ਲੋਕ ਮਾੜੇ ਹੁੰਦੇ। ਇਫ ਯੂ ਕੈਨ ਮੇਕ ਅ ਚੇਂਜ ਫॉर ਪੰਜਾਬ, ਜਾ ਤੂੰ। ਮੈਂ ਸ਼ਹਿਰ ਨੂੰ ਛੱਡ ਕੇ ਨਹੀਂ ਜਾ ਸਕਦਾ। ਜੇ ਅੱਜ ਨਵਜੋਤ ਨਾ ਹੁੰਦਾ, ਨਵਜੋਤ ਦੀ ਗੱਲ ਨਾ ਹੁੰਦੀ, ਮੇਰੀ ਵਫਾਦਾਰੀ ਨਾ ਹੁੰਦੀ, ਮੈਂ ਸ਼ਾਇਦ ਇੱਥੇ ਨਾ ਹੁੰਦਾ, ਮੈਂ ਸ਼ਾਇਦ ਕਿਤੇ ਹੋਰ ਹੁੰਦਾ। ਬਟ ਆਈ ਬਿਲੀਵ ਕਿ ਸਾਰਿਆਂ ਨੂੰ, ਜਿੰਨੇ ਪੰਜਾਬ ਦੇ ਲੋਕ ਨੇ, ਵੈਦਰ ਦੇ ਆਰ ਕ੍ਰਿਕਟਰਸ, ਵੈਦਰ ਦੇ ਆਰ ਐਕਟਰਸ, ਵੈਦਰ ਦੇ ਆਰ ਸਿੰਗਰਸ, ਕੁਝ ਵੀ ਨੇ, ਹਰ ਬੰਦੇ ਨੂੰ ਪੋਲੀਟੀਕਲ ਸਿਸਟਮ ਦੇ ਵਿੱਚ ਕੁੱਦਣਾ ਪੈਣਾ, ਤਾਂ ਜਾ ਕੇ ਇਹ ਜਿਹੜੀ ਲੜਾਈ ਹੈ, ਇਹ ਜਿਹੜਾ ਸਿਸਟਮ ਹੈ, ਚੇਂਜ ਹੋਏਗਾ। ਐਵਰੀਬਡੀ, ਈਵਨ ਛੋਟੀ ਬੱਚੀ ਨੂੰ, ਹਰ ਮਾਂ ਨੂੰ, ਹਰ ਭੈਣ ਨੂੰ, ਹਰ ਧੀ ਨੂੰ, ਹਰ ਬਜ਼ੁਰਗ ਨੂੰ, ਹਰ ਬਜ਼ੁਰਗਣੀ ਨੂੰ, everybody should jump into the political war today. I am talking about a war. I am not talking about elections and politics. ਇਸੇ ਤਰ੍ਹਾਂ ਹਰਭਜਨ ਸਿੰਘ ਨੂੰ I'm very happy ਕਿ ਸ਼ੈਰੀ ਦੀ ਗੱਲ ਹੋਈ ਔਰ ਉਹ ਜੁਆਇਨ ਕਰ ਰਿਹਾ ਹੈ। It's not the party he is joining. He is joining ਨਵਜੋਤ ਸਿੰਘ ਸਿੱਧੂ। He hasn't said ਕਿ ਉਹ ਜੁਆਇਨ ਕਰ ਰਹੇ ਨੇ ਹਾਲੇ। ਮੈਂ ਜਨਰਲੀ ਗੱਲ ਕਰ ਰਿਹਾ, ਮੈਨੂੰ ਪੁੱਛੋ ਤਾਂ I am not a party man. ਜੀ, I have joined ਨਵਜੋਤ ਸਿੰਘ ਸਿੱਧੂ। I have joined his army as a general. ਤਾਂ ਉਹ ਆਏਗਾ, ਹੋਰ ਕ੍ਰਿਕਟਰਸ ਆਉਣਗੇ, ਹੋਰ ਸਿੰਗਰ ਐਕਟਰਸ ਆਉਣਗੇ। I will be the happiest person, ਕਿਉਂਕਿ ਜਿੰਨੀ ਯੰਗ ਜਨਰੇਸ਼ਨ ਆਊਗੀ, ਓਨਾ ਹੀ ਬਦਲਾਵ ਆਪਾਂ ਨੂੰ ਆਉਣ ਨੂੰ ਦਿਖੂਗਾ। ਸੋ ਇਹ ਸਨ ਸਾਡੇ ਨਾਲ ਯੋਗਰਾਜ ਸਿੰਘ, ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਪੰਜਾਬ ਦੀ ਸਿਆਸਤ ਬਦਲ ਰਹੀ ਹੈ। ਨਵਜੋਤ ਸਿੰਘ ਸਿੱਧੂ ਹੋਣਾ ਬਾਰੇ ਗੱਲ ਕੀਤੀ। ਇਹਨਾਂ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ, ਉਹਨਾਂ ਨੂੰ ਘੇਰਿਆ ਜਾ ਰਿਹਾ, ਉਹਨਾਂ ਦੇ ਆਪਣੇ ਹੀ ਘੇਰ ਰਹੇ ਨੇ, ਪਰ ਨਵਜੋਤ ਸਿੰਘ ਸਿੱਧੂ ਇੱਕ ਐਸੇ ਇਨਸਾਨ ਨੇ ਜੋ ਕਿ ਇੱਕ ਨਵਾਂ ਬਦਲਾਅ ਲੈ ਕੇ ਆਉਣਗੇ ਪੰਜਾਬ ਦੇ ਵਿੱਚ, ਤੇ ਲਗਾਤਾਰ ਜਿਹੜੇ ਵੀ ਉਹਨਾਂ ਨੂੰ ਘੇਰ ਰਹੇ ਨੇ, ਉਹਨਾਂ ਨੂੰ ਜਵਾਬ ਛੇਤੀ ਮਿਲੇਗਾ। ਕੈਮਰਾ ਪਰਸਨ ਜ਼ਹੂਰ ਦੇ ਨਾਲ ਮੈਂ ਸਾਇਨ ਰੂਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।